ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਬਾਣੀ ਦੀਆਂ ਲੜੀਵਾਰ ਵਿਚਾਰਾਂ। ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਅਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਸਤਿਗੁਰੂ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਬਾਣੀ, ਆਪਣੇ ਸ਼ਬਦ ਦੀ ਵਿਚਾਰ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸ੍ਰੀ ਰਾਗ ਮਹੱਲਾ ਚੌਥਾ। ਪਹਿਲੇ ਪਹਿਰੇ ਰੈਣ ਕੇ ਵਣਜ਼ਾਰਿਆ ਮਿੱਤਰਾ, ਹਰ ਪਾਇਆ ਉਦਰ ਮੰਜਾਰ, ਹਰ ਧਿਆਵੈ ਹਰ ਉਚਰੈ ਵਣਜ਼ਾਰਿਆ ਮਿੱਤਰਾ, ਹਰ ਹਰ ਨਾਮ ਸਮਾਰ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਸ੍ਰੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 76 ਔਰ 77 ਦੇ ਉੱਪਰ ਸੁਭਾਈਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਸਤਿਗੁਰੂ ਜੀ ਨੇ ਜੋ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ ਹੈ, ਇਹਦੇ ਵਿੱਚ ਗੱਲ ਤੇ ਗੁਰੂ ਸਾਹਿਬ ਜੀ ਸਾਡੀ ਜ਼ਿੰਦਗੀ ਰੂਪੀ ਰਹਿਣ ਦੀ ਹੀ ਕਰ ਰਹੇ ਨੇ। ਪਰ ਜਿਵੇਂ ਗੁਰੂ ਨਾਨਕ ਸਾਹਿਬ ਜੀ ਕੇ ਆਪਾਂ ਪਹਿਰੇ ਵਿਚਾਰ ਕੇ ਆਏ ਹਾਂ, ਗੁਰੂ ਨਾਨਕ ਪਾਤਸ਼ਾਹ ਜੀ ਨੇ ਉਹਨਾਂ ਪਹਿਰਿਆਂ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਮਨੁੱਖ ਕਿਵੇਂ ਸੰਸਾਰ ਦੇ ਵਿੱਚ ਗਲਤਾਨ ਹੋ ਕੇ ਆਪਣੀ ਜ਼ਿੰਦਗੀ ਰੂਪੀ ਰਾਤ ਨੂੰ ਖਤਮ ਕਰ ਲੈਂਦਾ, ਅਜਾਈਂ ਗਵਾ ਲੈਂਦਾ ਹੈ। ਮਤਲਬ ਜ਼ਿੰਦਗੀ ਜਿਹਨੂੰ ਆਪਾਂ ਕਹਿ ਸਕਦੇ ਵੀ ਬਰਬਾਦ ਕਰ ਲੈਂਦਾ ਧਰਮ ਤੋਂ ਮੁਨਕਰ ਹੋ ਕੇ। ਗੁਰੂ ਰਾਮਦਾਸ ਸਾਹਿਬ ਜੀ ਨੇ ਗੱਲ ਕੀਤੀ ਜ਼ਿੰਦਗੀ ਰੂਪੀ ਰਹਿਣ ਦੀ ਹੋਈ, ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜ਼ਿੰਦਗੀ ਰੂਪੀ ਰਹਿਣ ਦੀ ਬਾਤ ਕਰਦਿਆਂ ਮਨੁੱਖ ਨੂੰ ਅੱਜ ਉਪਦੇਸ਼ ਦਿੱਤਾ ਵੀ ਇਹਨੂੰ ਸਫਲਿਆਂ ਕਿਵੇਂ ਕਰਨਾ। ਜਿਹੜੀ ਜ਼ਿੰਦਗੀ ਰੂਪੀ ਰਾਤ ਹੈ, ਇਹ ਰਾਤ ਅਜਾਈਂ ਨਹੀਂ ਗਵਾਉਣੀ। ਇਸ ਜ਼ਿੰਦਗੀ ਰੂਪੀ ਰਾਤ ਵਿੱਚ ਕਰਨਾ ਕੀ ਹੈ, ਆਪਣੇ ਆਪ ਨੂੰ ਕਿੱਦਾਂ ਸੰਭਾਲਣਾ ਜਾਂ ਆਪਣੇ ਜੀਵਨ ਨੂੰ ਕਿਸ ਤਰੀਕੇ ਜਿਉਣਾ ਤਾਂ ਜੋ ਇਹ ਰਹਿਣ ਲੰਘਣ ਤੋਂ ਬਾਅਦ ਵਿੱਚ ਪਛਤਾਵਾ ਨਹੀਂ, ਸਗੋਂ ਇਸ ਰਾਤ ਨੂੰ ਜਿਉਂਦਿਆਂ ਜਿਉਂਦਿਆਂ ਅਸੀਂ ਇਸ ਜ਼ਿੰਦਗੀ ਰੂਪੀ ਰਾਤ ਨੂੰ ਸਫਲਿਆਂ ਕਰੀਏ। ਤੇ ਜਦੋਂ ਇਹ ਰਾਤ ਗੁਜ਼ਰ ਜਾਏ
ਉਦੋਂ ਅਸੀਂ ਮਾਣ ਮਹਿਸੂਸ ਕਰੀਏ, ਸਾਨੂੰ ਉਦੋਂ ਪਛਤਾਵਾ ਨਾ ਹੋਵੇ। ਖੈਰ, ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਕਹਿੰਦੇ ਪਹਿਲੇ ਪਹਿਰੇ ਰੈਣ ਕੈ ਵਣਜਾਰਿਆ ਮਿੱਤਰਾ। ਭਾਈ, ਤੇਰੀ ਜ਼ਿੰਦਗੀ ਰੂਪੀ ਰਾਤ ਦਾ ਹੇ ਸੌਦਾਗਰਾ ਪਹਿਲਾ ਪਹਿਰ ਹੈ। ਹੁਣ ਜਿਹੜਾ ਪਹਿਲਾ ਪਹਿਰ ਜ਼ਿੰਦਗੀ ਦਾ ਸੀ, ਗੁਰੂ ਨਾਨਕ ਸਾਹਿਬ ਨੇ ਦੱਸਿਆ, ਉਹਦੇ ਵਿੱਚ ਮਾਲਕ ਪਾਤਸ਼ਾਹ ਜੀ ਨੇ ਜ਼ਿਕਰ ਕਰਦਿਆਂ ਆਖਿਆ ਵੀ ਤੂੰ ਗਰਭ ਦੇ ਵਿੱਚ ਵਾਸਾ ਲਿਆ। ਔਰ ਮਾਲਕ ਜੀ ਕਹਿ ਰਹੇ, ਕਹਿੰਦੇ ਹਰ ਪਾਇਆ ਉਦਰ ਮੰਝਾਰ। ਗੁਰੂ ਰਾਮਦਾਸ ਸਾਹਿਬ, ਉਦਰ ਮਤਲਬ ਪੇਟ। ਤੇਰੀ ਜ਼ਿੰਦਗੀ ਰੂਪੀ ਰਾਤ ਦਾ ਪਹਿਲਾ ਪਹਿਰ ਇਹੋ ਹੈ ਕਿ ਤੂੰ ਗਰਭ ਦੇ ਵਿੱਚ ਹਰੀ ਪਰਮਾਤਮਾ ਨੂੰ ਪਾ ਲਿਆ, ਹਾਸਲ ਕਰ ਲਿਆ। ਇਹ ਤੇਰਾ ਪਹਿਲਾ ਪਹਿਰ ਹੈ। ਇਉਂ ਕਹਿ ਲੋ ਵੀ ਸ਼ੁਰੂਆਤ ਹੀ ਪਰਮੇਸ਼ਵਰ ਦੇ ਮਿਲਾਪ ਤੋਂ ਹੈ, ਰੱਬ ਜੀ ਦੇ ਮਿਲਾਪ ਤੋਂ ਹੈ। ਹੁਣ ਗੁਰੂ ਨਾਨਕ ਸਾਹਿਬ ਜੀ ਨੇ ਜ਼ਿਕਰ ਕਰਦਿਆਂ ਆਖਿਆ ਵੀ ਇਹ ਆਖਿਆ ਮਾਲਕ ਪਾਤਸ਼ਾਹ ਨੇ ਵੀ ਤੇਰੇ ਕੋਲ ਗਰਭ ਵਿੱਚ ਤੇ ਸੀ ਅਕਾਲ ਪੁਰਖ ਪਰਮੇਸ਼ਵਰ ਦਾ ਚਿੰਤਨ, ਪਰ ਜਦੋਂ ਤੂੰ ਸੰਸਾਰ ਉੱਤੇ ਜਨਮ ਲਿਆ, ਸੰਸਾਰ ਉੱਤੇ ਆਇਆ, ਸੰਸਾਰ ਉੱਤੇ ਪਹਿਲੀ ਕਿਲਕਾਰੀ ਲਈ, ਤੇ ਉਦੋਂ ਤੈਨੂੰ ਭੁੱਲ ਗਿਆ। ਉਦੋਂ ਹੱਥੋਂ ਹੱਥ ਨਚਾਈ ਹੈ ਵਣਜਾਰਿਆ ਮਿੱਤਰਾ, ਮਾਤ ਕਾਹੈ ਸੁਤ ਮੇਰਾ। ਉਦੋਂ ਤੇ ਇਹ ਖੇਡ ਬਣ ਗਈ ਨਾ। ਉਦੋਂ ਤੇ ਪਰਿਵਾਰ ਵਾਲਿਆਂ ਨੇ, ਸੰਸਾਰ ਵਾਲਿਆਂ ਨੇ ਇਸ ਗੱਲ ਵਾਲੇ ਪਾਸੇ ਤੇ ਝਾਤ ਹੀ ਨਹੀਂ ਮਾਰੀ ਵੀ ਇਹ ਕੁਰਲਾ ਰਿਹਾ, ਇਹ ਵਿਲਕ ਰਿਹਾ, ਇਹ ਤੜਫ ਰਿਹਾ। ਇਹਦੇ ਤੜਫਣ ਦਾ ਕਾਰਨ ਇਹ ਨਹੀਂ ਵੀ ਇਹ ਗੋਦ ਨੂੰ ਲੋਚ ਰਿਹਾ, ਇਹਦੇ ਤੜਫਣ, ਇਹਦੇ ਵਿਲਕਣ ਦਾ ਕਾਰਨ ਹੈ ਵੀ ਮੈਂ ਆਪਣੇ ਮੂਲ ਤੋਂ ਵਿਛੜ ਗਿਆ। ਉਦੋਂ ਤੇ ਪਰਿਵਾਰ ਇਉਂ ਸੋਚਦਾ ਰਿਹਾ ਵੀ ਇਹ ਗੋਦ ਮੰਗਦਾ, ਇਹ ਗੋਦ ਨੂੰ ਲੋਚਦਾ ਹੈ। ਉਹਨਾਂ ਨੇ ਆਪਣੀ ਗੋਦ 'ਚ ਚੁੱਕ ਲਿਆ, ਔਰ ਇਹ ਵੀ ਖੇਡ ਵਿੱਚ ਐਸਾ ਮਸਤ ਹੋਇਆ ਵੀ ਮੁੜ ਕੇ ਗੋਦ ਵਿੱਚ ਬੈਠੇ ਨੂੰ ਅਕਾਲ ਪੁਰਖ ਪਰਮੇਸ਼ਵਰ ਚੇਤੇ ਹੀ ਨਹੀਂ ਆਇਆ। ਸਾਹਿਬ ਕਹਿੰਦੇ ਵੀ ਹਰ ਪਾਇਆ ਉਦਰ ਮੰਝਾਰ, ਹਰੀ ਪਰਮਾਤਮਾ ਨੂੰ ਪਾ ਲਿਆ। ਉਦਰ ਮਤਲਬ ਪੇਟ, ਮੰਝਾਰ ਮਤਲਬ ਵਿੱਚ। ਤੂੰ ਪੇਟ ਦੇ ਅੰਦਰ ਹਰੀ ਪਰਮਾਤਮਾ ਨੂੰ ਪਾ ਲਿਆ। ਉਹ ਹਰੀ ਪਰਮਾਤਮਾ ਨੂੰ ਪਾਉਣਾ ਹੀ ਇਸ ਗੱਲ ਦਾ ਪ੍ਰਗਟਾਵਾ ਵੀ ਸਾਡੀ ਜ਼ਿੰਦਗੀ ਦੀ ਹੋਂਦ ਸਾਨੂੰ ਮਿਲੀ ਹੈ। ਸਾਡੇ ਜੀਵਨ ਦਾ ਜਿਹੜਾ ਆਰੰਭਤਾ ਕਹਿ ਲੋ, ਸੰਸਾਰ ਉੱਤੇ ਆਉਣਾ, ਸੰਸਾਰ ਨੂੰ ਵੇਖਣਾ, ਇਹ ਇੱਕ ਗੱਲ ਦਾ ਇਸ ਦਾ ਸਬੂਤ ਹੈ ਕਿ ਸਾਡੇ ਕੋਲ ਰੱਬ ਪਰਮਾਤਮਾ ਉਦਰ ਦੇ ਵਿੱਚ ਪੇਟ ਵਿੱਚ ਸੀ। ਨਾ ਹੁੰਦਾ ਅਸੀਂ ਵੀ ਮਰ ਜਾਂਦੇ। ਪ੍ਰਤਪਾਲਣਾ ਤੇ ਉਹੀ ਕਰਦੇ ਹਨ, ਪ੍ਰਤਪਾਲੈ ਨਿਤ ਸਾਰ ਸੰਭਾਲੈ। ਪਰ ਮਨੁੱਖ ਦੀ ਹਾਲਤ ਕੀ ਹੈ? ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਉਹ ਤੇ ਪ੍ਰਤਪਾਲ ਰਿਹਾ, ਸਾਰ ਵੀ ਕਰ ਰਿਹਾ, ਸੰਭਾਲ ਵੀ ਰਿਹਾ, ਨਿਤਾ ਪ੍ਰਤੀ ਸੰਭਾਲ ਰਿਹਾ। ਪਰ ਮਨੁੱਖ ਦੀ ਫਿਤਰਤ ਹੈ ਵੀ ਇਹ ਅਕਿਰਤ ਘਣ ਬੜੀ ਛੇਤੀ ਬਣ ਜਾਂਦਾ। ਤੇ ਗੁਰੂ ਸਾਹਿਬ ਕਹਿੰਦੇ ਵੀ ਐਡਾ ਮੂਰਖ ਹੈ ਇਹਨੇ ਇੱਕ ਗੁਣ ਵੀ ਨਹੀਂ ਪਹਿਚਾਣਿਆ। ਔਰ ਵੇਖੋ ਹਾਂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਕੀ ਪਾਵਨ ਬਚਨ ਹੈ, ਜਿੱਥੇ ਸਤਿਗੁਰੂ ਜੀ ਜਾ ਕੇ ਫਿਰ ਆਖਦੇ, ਜਿਨ ਹਰ ਹਿਰਦੈ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ। ਤਿਨ ਸੁਣੀ ਦੇਖ ਫਿਰੈ ਬਿਨ ਨਾਵੈ ਓਏ ਖੱਪ ਖੱਪ ਮੂਏ ਕਰਾਂਝਾ। ਹੁਣ ਉੱਥੇ ਜ਼ਿਕਰ ਕਰਦੇ ਆ ਸਾਹਿਬ ਕਹਿੰਦੇ ਵੀ ਜੇ ਹਿਰਦੇ ਵਿੱਚ ਨਾਮ ਨਹੀਂ ਤੇ ਫਿਰ ਭਲਾ ਇਹੋ ਸੀ ਵੀ ਉਹ ਮਾਂ ਦੀ ਕੁੱਖ ਹਰੀ ਨਾ ਹੁੰਦੀ। ਤਿਨ ਮਾਤ ਕੀਜੈ ਹਰ ਬਾਂਝਾ। ਬਾਂਝ ਤੋਂ ਮਤਲਬ ਜਿਹੜੀ ਔਲਾਦ ਦਾ ਸੁੱਖ ਨਹੀਂ ਮਾਣ ਸਕਦੀ, ਉਹਨੂੰ ਬਾਂਝ ਕਿਹਾ ਜਾਂਦਾ। ਔਰ ਗੁਰੂ ਰਾਮਦਾਸ ਸਾਹਿਬ ਜੀ ਨੇ ਜਿਹੜਾ ਜ਼ਿਕਰ ਕੀਤਾ ਨਾ, ਉਹ ਆਪਾਂ ਇੱਕ ਬਚਨ ਅਕਸਰ ਵਿਚਾਰਦੇ ਆ, ਪਿਛੜ ਰਾਤ ਨਾ ਜਾਗਿਓ ਜੀਵੰਦੜੋ ਮੋਇਓ ਹੈ। ਤੇਰੀ ਹਾਲਤ ਕੀ ਹੈ ਵੀ ਜੇ ਤੂੰ ਆਪਣਾ ਆਪਾ ਨਹੀਂ ਸੰਭਾਲਿਆ ਤੇ ਸੱਜਣਾ ਫਿਰ ਹਾਲਤ ਇਹ ਹੈ ਵੀ ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੋਏ। ਤੇਰਾ ਫਰਜ਼ ਤੇ ਇਹ ਸੀ, ਝਾਲਾਂਗੇ ਉਠ ਨਾਮ ਜਪ ਨਿਸਬਾਸੁਰ ਆਰਾਧ ਕਾਢ ਤੁਝੇ ਨਾ ਵਿਆਪਈ ਨਾਨਕ ਮਿਟ ਹੈ ਉਪਾਦ। ਤੇਰੇ ਜ਼ਿੰਦਗੀ ਦਾ ਤੇ ਮਨੋਰਥ ਇਹ ਸੀ
ਕਿ ਤੂੰ ਉੱਠਦਾ, ਚਿੜੀ ਚੌਕੀ ਪਾ ਫੁੱਟੀ ਵਗਣ ਬਹੁਤ ਤਰੰਗ। ਤੂੰ ਵੀ ਕਿਤੇ ਉੱਠ ਕੇ ਤੇ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਚਿੰਤਨ ਕਰਦਾ। ਜਿਹਨੂੰ ਬਾਬਾ ਕਬੀਰ ਸਾਹਿਬ ਜਦੋਂ ਆਖਦੇ, ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੈ ਮੁਰਾਰ, ਇੱਕ ਦਿਨ ਸੋਵਣ ਹੋਏ ਗੋ ਲਾਂਬੇ ਗੋਡ ਪਸਾਰ। ਕਬੀਰ ਸੂਤਾ ਕਿਆ ਕਰੇ, ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਛੁਰਾ ਤਾਹੀਂ ਕੈ ਸੰਗ ਲਾਗ। ਤੇਰਾ ਤੇ ਇਹ ਜ਼ਿੰਮੇਵਾਰੀ ਬਣਦੀ ਸੀ। ਔਰ ਗੁਰੂ ਰਾਮਦਾਸ ਸਾਹਿਬ ਜੀ ਨੇ ਅੱਜ ਇਸੇ ਬਾਤ ਨੂੰ ਸਾਨੂੰ ਸਮਝਾਇਆ ਕਿ ਗਰਭ ਦੇ ਵਿੱਚ ਜ਼ਿੰਦਗੀ ਦਾ ਮੂਲ ਜਿਹੜਾ ਸੀ ਨਾ, ਉਹ ਤੇਰੇ ਕੋਲ ਸੀ। ਸ਼ਾਇਦ ਇਹੋ ਕਹਿ ਸਕਦੇ ਆ ਵੀ ਉਦੋਂ ਮੂਲ ਸੀ ਤੇ ਉਦੋਂ ਜ਼ਿੰਦਗੀ ਅੱਗ ਦੇ ਵਿੱਚ ਵੀ ਸੌਖੀ ਲੰਘੀ, ਉਹ ਸਮਾਂ ਅਗਨ ਵਿੱਚ ਵੀ ਵਧੀਆ ਸੁਖਾਲਾ ਲੰਘਿਆ। ਪਰ ਸੰਸਾਰ ਤੇ ਆਉਂਦਿਆਂ ਹੀ ਸੁੱਖਾਂ ਦਾ ਮੂਲ ਵਿਸਰ ਗਿਆ। ਇੱਕ ਬੰਦਾ ਅੱਗ ਵਿੱਚ ਵੀ ਸੁਖੀ ਬੈਠਾ ਤੇ ਇੱਕ ਜ਼ਿੰਦਗੀ ਦੇ ਵਿਚਲਾ, ਸੰਸਾਰ ਵਿਚਲਾ ਹਰ ਸੁੱਖ ਹੋਣ ਦੇ ਬਾਵਜੂਦ ਵੀ ਦੁਖੀ ਬੈਠਾ। ਕੋਈ ਨਾ ਕੋਈ ਤੇ ਕਾਰਨ ਹੋਏਗਾ ਨਾ। ਇੱਕ ਅੱਗ ਦੇ ਵਿੱਚ ਬੈਠਾ ਕੀ ਹੈ, ਪ੍ਰਸੰਨ ਖੁਸ਼। ਇੱਕ ਹਰ ਸੁੱਖ ਮਾਣਦਾ ਹੋਇਆ ਸੰਸਾਰਕ, ਫਿਰ ਦੁਖੀ ਦਾ ਦੁਖੀ। ਕੀ ਕਾਰਨ ਹੋ ਸਕਦਾ? ਇਥੋਂ ਇੱਕ ਗੱਲ ਤੇ ਸਾਬਤ ਹੁੰਦੀ ਹੈ ਵੀ ਜਿਨ੍ਹਾਂ ਵਿੱਚੋਂ ਅਸੀਂ ਸੁੱਖ ਲੱਭਦੇ ਆ ਉਹਨਾਂ ਵਿੱਚੋਂ ਸੁੱਖ ਨਹੀਂ ਮਿਲਣਾ। ਜਿਹੜੀਆਂ ਵਸਤੂਆਂ ਵਿੱਚੋਂ, ਜਿਹੜੇ ਪਦਾਰਥਾਂ ਦੇ ਵਿੱਚੋਂ ਅਸੀਂ ਸੁੱਖ ਖੋਜ ਰਹੇ ਆ, ਅਸੀਂ ਸੁੱਖ ਲੱਭ ਰਹੇ ਆ, ਉਹਨਾਂ ਵਿੱਚੋਂ ਸੁੱਖ ਨਹੀਂ ਮਿਲਣਾ। ਗਰਭ ਵਿੱਚ ਅਗਨ ਅੰਦਰ ਬੈਠਾ ਹੈ, ਉਦੋਂ ਸੁਖੀ ਹੈ। ਅਕਾਲ ਪੁਰਖ ਪਰਮੇਸ਼ਵਰ ਦਾ ਚਿੰਤਨ ਹੈ। ਸੰਸਾਰ ਤੇ ਆ ਕੇ ਕੋਈ ਅਗਨ ਨਹੀਂ ਹੈ, ਇਹਦੇ ਕੋਲ ਹਰ ਇੱਕ ਸੁੱਖ ਹੈ, ਹਰ ਇੱਕ ਵਸਤੂ ਹੈ, ਹਰ ਇੱਕ ਪਦਾਰਥ ਹੈ। ਸੰਸਾਰਕ ਸੁੱਖ ਆਰਾਮ ਦੇ ਪਦਾਰਥ ਨੇ। ਅੱਜ ਦੇ ਇਨਸਾਨ ਨੂੰ ਪੁੱਛ ਕੇ ਵੇਖੋ ਵੀ ਜ਼ਿੰਦਗੀ ਕੀ ਹੈ, ਉਹ ਕਹਿੰਦਾ ਦੁੱਖ ਹੀ ਬੜਾ ਜ਼ਿੰਦਗੀ ਵਿੱਚ। ਤੇ ਕਾਰਨ ਅਸੀਂ ਕਿਸੇ ਨੂੰ ਕੀ ਪੁੱਛਣਾ, ਆਪਣੀਆਂ ਜ਼ਿੰਦਗੀਆਂ ਵੱਲ ਹੀ ਵੇਖ ਲਈਏ। ਦਾਵਾ ਕਰਕੇ ਕਹਿ ਸਕਦੇ ਵੀ ਮੈਂ ਜ਼ਿੰਦਗੀ ਤੋਂ ਬੜਾ ਵਧੀਆ ਸੰਤੁਸ਼ਟ ਹਾਂ, ਮੈਨੂੰ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ। ਹਰ ਬੰਦਾ ਅੱਜ ਅਸੰਤੁਸ਼ਟ ਹੈ, ਕੋਈ ਸੈਟੀਸਫਾਈ ਨਹੀਂ ਹੈ ਆਪਣੀ ਜ਼ਿੰਦਗੀ ਤੋਂ। ਕਿਉਂ? ਨਾ ਸੰਤੁਸ਼ਟ ਹੋਣ ਦਾ ਕਾਰਨ ਹੈ ਵੀ ਬੰਦਾ ਜੋ ਚਾਹੁੰਦਾ ਬੰਦੇ ਕੋਲ ਉਹ ਨਹੀਂ ਹੈ। ਕੁਝ ਹੋਰ ਪਦਾਰਥ ਬਹੁਤ ਨੇ। ਅਸੰਤੁਸ਼ਟੀ ਦਾ ਸਭ ਤੋਂ ਵੱਡਾ ਕਾਰਨ ਹੈ ਵੀ ਮੈਂ ਚਾਹੁੰਦਾ ਮੇਰੇ ਕੋਲ ਆਹ ਜ਼ਿੰਦਗੀ ਹੋਵੇ, ਪਰ ਮੇਰੇ ਕੋਲ ਉਹ ਨਹੀਂ, ਤੇ ਮੈਂ ਕਹੀ ਜਾਂਦਾ ਮੈਂ ਸੰਤੁਸ਼ਟੀ। ਸੈਟਿਸਫੈਕਸ਼ਨ ਇਹ ਨਹੀਂ ਸੀ ਵੀ ਮੇਰੇ ਕੋਲ ਸੰਸਾਰਕ ਵਸਤੂਆਂ ਤੇ ਪਦਾਰਥ ਹੁੰਦੇ। ਸੈਟਿਸਫੈਕਸ਼ਨ ਤੇ ਇਹ ਸੀ ਵੀ ਥੋੜਾ ਜਿਹਾ ਹੈ ਤੇ ਮੈਂ ਸੈਟਿਸਫਾਈ ਹੋ ਕੇ ਬਹਿ ਵੀ ਰੱਬ ਨੇ ਤੇ ਬੜਾ ਕੁਛ ਦਿੱਤਾ। ਇਹ ਸੀ ਸੰਤੁਸ਼ਟੀ। ਪਰ ਮੈਂ ਤੇ ਅਸੰਤੁਸ਼ਟ ਹੋ ਕੇ, ਰੱਬ ਦੇਈ ਜਾਂਦਾ, ਮੈਂ ਫਿਰ ਵੀ ਸੈਟਿਸਫਾਈ ਨਹੀਂ ਆ। ਰੱਬ ਦੇਈ ਜਾਂਦਾ, ਹਜੇ ਵੀ ਸੰਤੁਸ਼ਟੀ ਨਹੀਂ ਆਈ। ਅਜੇ ਵੀ ਅਕਾਲ ਪੁਰਖ ਪਰਮੇਸ਼ਵਰ ਨਾਲ ਉਲਾਮੇ ਤੇ ਮਿਹਣੇ ਨੇ। ਪਰ ਚਾਹੀਦਾ ਇਹ ਸੀ ਕਿ ਮੈਂ ਰੱਬ ਜੀ ਅੱਗੇ ਇਹ ਅਰਜ਼ੋਈ ਕਰਦਾ ਵੀ ਪਰਮੇਸ਼ਵਰ ਜੀਓ, ਜਿੱਥੇ ਆਪ ਜੀ ਨੇ ਮਨੁੱਖਾ ਜੀਵਨ ਜ਼ਿੰਦਗੀ ਦਿੱਤੀ ਹੈ ਨਾ, ਉੱਥੇ ਰਹਿਮਤ ਕਰਿਓ, ਜੀਵਨ ਵਿੱਚ ਸੰਤੁਸ਼ਟੀ ਵੀ ਬਖਸ਼ਿਸ਼ ਕਰਿਓ ਕਿ ਆਪ ਜੀ ਦੀ ਰਜ਼ਾ ਵਿੱਚ ਰਹਿਣਾ ਆ ਜਾਏ। ਚਾਹੀਦਾ ਤਾਂ ਇਹ ਸੀ। ਸੰਤੁਸ਼ਟੀ ਬਿਨਾਂ ਰਜ਼ਾ ਤੋਂ ਨਹੀਂ ਹੈ। ਰਜ਼ਾ ਤੋਂ ਬਾਹਰ ਹੋ ਕੇ ਤੇ ਜੀਵ ਦੁਖੀ ਹੋਈ ਹੈ। ਹਰ ਬੰਦਾ ਅੱਜ ਦੇ ਸਮੇਂ ਵਿੱਚ ਦੁੱਖ ਦੇ ਨਾਲ ਕੁਰਲਾ ਰਿਹਾ, ਵਿਲਕ ਰਿਹਾ, ਤੜਫ ਰਿਹਾ। ਕਾਰਨ ਕੀ ਹੈ? ਸਭ ਤੋਂ ਵੱਡਾ ਕਾਰਨ ਇਹੋ ਹੈ ਕਿ ਜਿਹੜਾ ਸੁੱਖਾਂ ਦਾ ਮੂਲ ਸੀ ਨਾ, ਪਰਮੇਸ਼ਵਰ ਸੀ ਜਿਹੜਾ, ਅਕਾਲ ਪੁਰਖ ਪਰਮੇਸ਼ਵਰ ਹੈ ਜਿਹੜਾ, ਉਹਦੀ ਯਾਦ, ਉਹਦਾ ਚਿੰਤਨ ਵਿਸਰ ਗਿਆ। ਫਿਰ ਹੁਣ ਸਾਡੀ ਸੋਚ ਵੇਖੋ, 4 ਕੁ ਦਿਨ ਕਰਕੇ ਨਾ ਰੱਬ ਰੱਬ, 5ਵੇਂ ਦਿਨ ਛੱਡ ਦਈਦਾ। ਇਹ ਤਾਂ ਦੁਖੀ ਹੋਈ ਜਾਂਦੇ ਆ। ਫਿਰ ਸੋਚਦੇ ਬਦ ਜਿੱਦਣ ਰੱਬ ਨੂੰ ਚੇਤੇ ਨਹੀਂ ਨਾ ਕਰਦੇ ਅਸੀਂ, ਉਦਣ ਦਿਨ ਬੜਾ ਵਧੀਆ ਲੰਘਦਾ।
ਜਿੱਦਣ ਚੇਤੇ ਕਰੀਦਾ ਉਦਣ ਅਸੀਂ ਦੁਖੀ ਹੋ ਜਾਂਦੇ ਆ। ਸਾਡੀ ਸੋਚ, ਜਿੱਦਣ ਤੇ ਮੈਂ ਸਵੇਰ ਦਾ ਆਰੰਭਤਾ ਜਿਹੜੀ ਦਿਨ ਦਾ ਆਰੰਭ ਜਿਹੜਾ ਉਹ ਬਾਣੀ ਪੜ੍ਹ ਕੇ ਕਰਾਂ ਜਾਂ ਧਰਮ ਦਾ ਕੋਈ ਜਾਪ ਕਰਕੇ ਕਰਾਂ, ਧਰਮ ਦਾ ਕਰਮ ਕਰਕੇ ਕਰਾਂ, ਤੇ ਉਦਣ ਮੇਰਾ ਦਿਨ ਵਧੀਆ ਨਹੀਂ ਲੰਘਦਾ। ਜਿੱਦਣ ਮੈਂ ਬਾਣੀ ਤੋਂ ਬਿਨਾ, ਧਰਮ ਦੇ ਕਰਮ ਤੋਂ ਬਿਨਾ ਜਾਂ ਕੋਈ ਚੰਗੀ ਵਿਚਾਰ ਤੋਂ ਬਿਨਾ ਦਿਨ ਆਰੰਭ ਕਰਾਂ, ਉਦਣ ਦਿਨ ਬੜਾ ਵਧੀਆ ਲੰਘਦਾ। ਇਹ ਮਨੁੱਖੀ ਸੋਚ ਹੈ। ਤੇ ਫਿਰ ਅਸੀਂ ਕੀ ਕਰੀਦਾ ਵੀ ਛੱਡੋ, ਜੇ ਬਿਨਾ ਪੜ੍ਹਿਆ ਹੀ ਵਧੀਆ ਦਿਨ ਲੰਘਦਾ ਤੇ ਆਪਾਂ ਪੜ੍ਹ ਕੇ ਕੀ ਕਰਨਾ। ਜੇ ਬਿਨਾ ਚੰਗਾ ਕਰਮ ਕੀਤਿਆਂ ਦਿਨ ਵਧੀਆ ਲੰਘਦਾ ਤੇ ਫਿਰ ਆਪਾਂ ਚੰਗੇ ਕਰਮ ਕਰਕੇ ਕੀ ਕਰਨਾ। ਇਨਸਾਨੀ ਸੋਚ ਹੈ। ਫਿਰ ਇਨਸਾਨ ਕੋਹਾਂ ਦੂਰ ਹੋ ਜਾਂਦਾ। ਕਾਹਦੇ ਤੋਂ? ਚੰਗੀ ਵਿਚਾਰ ਤੋਂ, ਚੰਗੇ ਕਰਮਾਂ ਤੋਂ, ਚੰਗੇ ਪਾਸੇ ਚੱਲਣ ਤੋਂ। ਫਿਰ ਮਾੜੇ ਰਾਹ ਤੇ ਤੁਰ ਪੈਂਦਾ। ਅਕਸਰ ਜਦੋਂ ਜ਼ਿਕਰ ਕਰੀਦਾ ਨਾ ਬਾਣੀ ਵਿੱਚ, ਇੱਕ ਸਤਿਗੁਰੂ ਜੀ ਲਫ਼ਜ਼ ਵਰਤਦੇ ਨੇ ਕਿ ਲਿਵ ਔਰ ਧਾਤ, ਇਹ ਦੋ ਰਸਤੇ ਨੇ। ਇੱਕ ਲਿਵ ਦਾ ਰਸਤਾ ਹੈ ਤੇ ਇੱਕ ਧਾਤ ਦਾ ਰਸਤਾ ਹੈ। ਜਦੋਂ ਲਿਵ ਦੇ ਰਸਤੇ ਦੀ ਗੱਲ ਕਰਦੇ ਆ ਤੇ ਉਹ ਆਉਂਦਾ ਅਕਾਲ ਪੁਰਖ ਪਰਮੇਸ਼ਵਰ ਦੇ ਘਰ ਵੱਲ ਨੂੰ ਜਾਣ ਦਾ ਰਾਹ। ਧਾਤ ਜਿਹੜਾ ਧਾਤੂਆਂ ਵਾਲੇ ਪਾਸੇ ਲੈ ਕੇ ਜਾ ਰਿਹਾ। ਹੁਣ ਦੋਵਾਂ ਰਸਤਿਆਂ ਦਾ ਜ਼ਿਕਰ ਬਾਬਾ ਕਬੀਰ ਸਾਹਿਬ ਕਰ ਰਹੇ। ਇੱਕ ਤੇ ਜ਼ਿਕਰ ਕਰ ਰਹੇ, ਕਹਿੰਦੇ ਜਿਹੇ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ। ਇਹ ਧਾਤ ਦਾ ਰਸਤਾ, ਲੋਕਾਂ ਦੀਆਂ ਲੈਣਾ ਹੀ ਲੱਗੀਆਂ ਹੋਈਆਂ, ਤੁਰੇ ਜਾਂਦੇ। ਜਿਹੇ ਮਾਰਗ ਪੰਡਿਤ ਗਏ ਪਾਛੈ ਪਰੀ ਵਹੀਰ। ਤੇ ਦੂਜਾ ਰਸਤਾ, ਇੱਕ ਔਕਟ ਘਾਟੀ ਰਾਮ ਕੀ ਤੇਹ ਚੜ ਰਹੇ ਹੋ ਕਬੀਰ। ਆ ਦੂਜਾ ਰਾਹ। ਮਰਜ਼ੀ ਤੇ ਸਾਡੀ ਹੈ ਨਾ ਵੀ ਅਸੀਂ ਕਿਹੜੇ ਰਾਹ ਤੇ ਤੁਰਨਾ। ਇੱਕ ਨਾ ਭਗਤ ਰਵਿਦਾਸ ਜੀ ਦਾ ਪਾਵਨ ਬਚਨ ਹੈ। ਉਹ ਜ਼ਿਕਰ ਕਰਦੇ ਆ ਨਾ, ਬੜਾ ਸੋਹਣਾ ਉਹਨਾਂ ਨੇ ਇੱਕ ਤਸਵੀਰ ਬਣਾਈ। ਕਹਿੰਦੇ ਵੀ ਇੱਕ ਨਾ ਮੇਰੇ ਕੋਲ ਦੋ ਬੈਲ ਨੇ, ਇੱਕ ਕਾਲੇ ਰੰਗ ਦਾ ਤੇ ਇੱਕ ਚਿੱਟੇ ਰੰਗ ਦਾ। ਇਹ ਦੋਵੇਂ ਬੈਲ ਕਹਿੰਦੇ ਮੈਂ ਤੋਰ ਲਏ, ਪਰ ਹੁਣ ਤੋਰੇ ਉਹ ਰਾਹ ਤੇ ਜਿਹੜਾ ਰਸਤਾ ਕਠਿਨ ਬਹੁਤ ਸੀ। ਜਦੋਂ ਸਿੱਧੇ ਰਾਹ ਤੇ ਤੁਰਨਾ ਸੀ ਉਦੋਂ ਤੇ ਭੱਜੇ ਹੀ ਜਾਂਦੇ ਸੀ ਦੋਵੇਂ ਹੀ। ਮਤਲਬ ਜਦੋਂ ਤੇ ਧਾਤ ਦੇ ਰਾਹ ਤੇ ਤੁਰਨਾ ਸੀ, ਉਧਰ ਤੇ ਵਹੀਰ ਹੈ ਨਾ, ਉਧਰ ਤੇ ਦੌੜੇ ਹੀ ਜਾਂਦੇ ਸਨ ਦੋਵੇਂ। ਔਰ ਇਹਨਾਂ ਦੋਵਾਂ ਬੈਲਾਂ ਦੇ ਵਿੱਚੋਂ ਨਾ ਜਿਹੜਾ ਕਾਲੇ ਰੰਗ ਦਾ ਬੈਲ ਸੀ, ਜਦੋਂ ਮੈਂ ਚੜਾਇਆ ਉਹਨੂੰ ਘਾਟੀ ਤੇ, ਉਹ ਤੇ ਹਾਫੜ ਗਿਆ, ਮਤਲਬ ਥੱਕ ਗਿਆ, ਉਹ ਤੇ ਹਾਰ ਗਿਆ। ਤੇ ਜਿਹੜਾ ਚਿੱਟੇ ਰੰਗ ਦਾ ਸੀ ਹੁਣ ਉਹ ਤੁਰਿਆ ਜਾਂਦਾ ਹੈ। ਮਤਲਬ ਉਹਨਾਂ ਦੇ ਸਮਝਾਉਣ ਦਾ ਜਿਹੜਾ ਜ਼ਰੀਆ ਨਾ ਉਹ ਇਹ ਹੈ ਵੀ ਇੱਕ ਸੀ ਚੰਗੇ ਗੁਣ ਤੇ ਇੱਕ ਸੀ ਮਾੜੇ। ਜਦੋਂ ਤੇ ਧਾਤ ਦੇ ਰਾਹ ਤੇ ਚੱਲਣ ਦੀ ਵਾਰੀ ਆਈ ਤੇ ਕਾਲਾ ਬੈਲ ਗਾਂਹ ਨੂੰ ਭੱਜਿਆ ਜਾਵੇ, ਅੱਗੇ ਨੂੰ ਦੌੜੇ। ਤੁਰਨਾ ਤੇ ਦੋਵਾਂ ਨੂੰ ਇਕੱਠਿਆਂ ਪੈਣਾ ਸੀ ਕਿਉਂਕਿ ਜੁੜੇ ਹੋਏ ਦੋਵੇਂ। ਤੇ ਜਦੋਂ ਮੈਂ ਕਹਿੰਦੇ ਮੋੜ ਕੇ ਚੜਾ ਲਿਆ ਘਾਟੀ ਵੱਲ ਨੂੰ, ਤੇ ਹੁਣ ਉਹ ਪਿੱਛੇ ਨੂੰ ਆਉਂਦਾ। ਹੁਣ ਗਾਂਹ ਨੂੰ ਤੁਰਨ ਜੋਗਾ ਉਹਦੇ ਕੋਲ ਬਲ ਨਹੀਂ, ਅੱਗੇ ਨੂੰ ਵਧਣ ਵਾਸਤੇ ਉਹਦੇ ਕੋਲ ਬਲ ਨਹੀਂ ਹੈ। ਤੇ ਫਿਰ ਨਾ ਉਹ ਕਹਿੰਦੇ ਵੀ ਮੈਂ ਹੁਣ ਅਕਾਲ ਪੁਰਖ ਪਰਮੇਸ਼ਵਰ ਅੱਗੇ ਬੇਨਤੀ ਕੀਤੀ। ਤੇ ਜਦੋਂ ਰੱਬ ਜੀ ਅੱਗੇ ਬੇਨਤੀ ਕੀਤੀ ਨਾ, ਹੁਣ ਰੱਬ ਜੀ ਅੱਗੇ ਅਰਜ਼ੋਈ ਕਰਦਿਆਂ ਕੀ ਆਖਿਆ ਵੀ ਰੱਬ ਜੀਓ, ਇੱਕ ਮੇਰੇ ਕੋਲ ਬੈਲ ਹੈ ਉਹ ਨਿਰਗੁਣ ਹੈ, ਤੇ ਆਪ ਜੀ ਕਿਰਪਾ ਕਰਕੇ ਹੁਣ ਮੇਰੀ ਪੂੰਜੀ ਤੁਸੀਂ ਰੱਖ ਲਓ, ਮੇਰੀ ਇੱਜ਼ਤ ਤੁਸੀਂ ਰੱਖ ਲਓ, ਕਿਉਂਕਿ ਜੇ ਤੇ ਇਹਦੇ ਭਰੋਸੇ ਤੁਰਿਆ ਤੇ ਮੈਂ ਮੰਜ਼ਿਲ ਤੇ ਨਹੀਂ ਪਹੁੰਚਣਾ। ਜੇ ਮੈਂ ਇਹਦੀ ਆਸ ਤੇ ਤੁਰਿਆ ਤੇ ਮੈਂ ਮੰਜ਼ਿਲ ਤੇ
ਨਹੀਂ ਪਹੁੰਚ ਸਕਦਾ। ਇਹਨੂੰ ਜੇ ਅੱਜ ਦੀ ਭਾਸ਼ਾ ਵਿੱਚ ਆਖੀਏ ਵੀ ਅਸੀਂ ਮੋਟਰ ਵਾਹੀਕਲ ਤੋਰ ਲਈ, ਘਰੋਂ ਤੇ ਗਈ ਤੁਰ, ਜਿੰਨਾ ਕੁ ਚਿਰ ਰਾਹ ਵਧੀਆ ਸੀ, ਮਤਲਬ ਰੋਡ ਵਧੀਆ ਸੀ, ਤੇ ਉਹ ਦੌੜੀ ਹੋਈ ਜਾਂਦੀ। ਮਾੜਾ ਜਿਹਾ ਐਕਸੀਲੇਟਰ ਤੇ ਪੈਰ ਰੱਖਿਆ ਤੇ ਉਹ ਭੱਜੀ ਹੋਈ ਜਾਂਦੀ ਹੈ। ਅਗਾਂਹ ਥੋੜਾ ਜਿਹਾ ਗਏ ਤੇ ਰਾਹ ਆ ਗਿਆ ਖਰਾਬ, ਪੱਟਿਆ ਕਹਿ ਲੋ ਜਾਂ ਬਣਨ ਵਾਲਾ ਕਹਿ ਲੋ, ਰੋੜੇ ਪਾਏ, ਕੁਛ ਵੀ ਲਫ਼ਜ਼ ਵਰਤ ਲਓ, ਵੀ ਰਾਹ ਆ ਗਿਆ ਖਰਾਬ। ਜਦੋਂ ਉਹ ਰਾਹ ਤੇ ਤੋਰੀ ਤੇ ਟਾਇਰ ਹੋ ਗਿਆ ਖਰਾਬ। ਕਿੰਨਾ ਕੁ ਤੁਰੇਗਾ? ਉੱਥੇ ਹੀ ਰੋਕਣੀ ਪੈ ਗਈ। ਜਦੋਂ ਉੱਥੇ ਰੋਕਣੀ ਪੈ ਗਈ, ਹੁਣ ਉਹ ਅਗਾਂਹ ਵੱਧ ਨਹੀਂ ਸਕਦੀ। ਮੰਜ਼ਿਲ ਤੇ ਉਹਨੇ ਲੈ ਕੇ ਨਹੀਂ ਜਾਣਾ, ਮੰਜ਼ਿਲ ਤੇ ਉਹਨੇ ਪਹੁੰਚਣਾ ਕੋਈ ਨਹੀਂ। ਤੇ ਜੇ ਹੁਣ ਮੰਜ਼ਿਲ ਤੇ ਪਹੁੰਚਣਾ ਫਿਰ ਕੋਈ ਨਾ ਕੋਈ ਆਸਰਾ ਚਾਹੀਦਾ। ਤੇ ਆਸਰਾ ਕੀ ਹੈ? ਫਿਰ ਅਸੀਂ ਕਿਸੇ ਦੋਸਤ ਮਿੱਤਰ ਨੂੰ ਸੱਦੀਦਾ ਜਾਂ ਕੋਈ ਮਦਦ ਵਾਸਤੇ ਸੱਦੀਦਾ, ਤੇ ਆ ਕੇ ਉਹ ਸਾਡੀ ਮਦਦ ਕਰਦੇ, ਜਾਂ ਤੇ ਟਾਇਰ ਬਦਲ ਦਿੰਦਾ ਹੈ, ਜਾਂ ਗੱਡੀ ਨੂੰ ਟੋ ਕਰਕੇ ਲੈ ਜਾਂਦਾ ਹੈ। ਤੁਸੀਂ ਕੋਈ ਹੋਰ ਤਰੀਕਾ ਅਪਣਾ ਲਓ, ਸਾਡੀ ਹੈਲਪ ਕਰਨ ਪਹੁੰਚ ਗਏ। ਬਸ ਇਉਂ ਕਹਿ ਲਓ ਵੀ ਪਰਮੇਸ਼ਵਰ ਅੱਗੇ ਸਾਡੀ ਅਰਜ਼ੋਈ ਹੋਈ ਹੈ ਕਿ ਤੂੰ ਹੈ ਸਾਡਾ ਮਦਦਗਾਰ। ਅਸੀਂ ਗਏ ਹਾਂ ਰੁਕ, ਸਾਡੀ ਗੱਡੀ ਗਾਂ ਨਹੀਂ ਤੁਰਨੀ। ਇਸ ਲਈ ਰਾਮਈਆ ਸਿਉ ਇੱਕ ਬੇਨਤੀ ਮੇਰੀ, ਪੂੰਜੀ ਰਾਖ ਮੁਰਾਰ। ਮੇਰੀ ਤੇਰੇ ਅੱਗੇ ਬੇਨਤੀ ਹੈ ਕਿ ਆਪ ਆ ਕੇ ਹੁਣ ਮੈਨੂੰ ਆ ਮੁਸ਼ਕਲ ਭਰੇ ਸਮੇਂ ਚੋਂ ਕੱਢ। ਕਿਉਂਕਿ ਇੱਕ ਨਿਰਗੁਣ ਬੈਲ ਹਮਾਰ, ਵੀ ਮੇਰਾ ਜਿਹੜਾ ਬੈਲ ਸੀ ਨਾ ਉਹ ਨਿਰਗੁਣ ਹੈ, ਹੁਣ ਇਹ ਗਾਹ ਨਹੀਂ ਵੱਧਦਾ। ਬਾਪੂ ਜੀ ਆਖਰੇ ਕਹਿੰਦੇ, ਇਸ ਲਈ ਭਲਿਆ ਜਿੱਥੇ ਉਧਰ ਵਿੱਚ ਤੇਰੇ ਕੋਲ ਪਰਮੇਸ਼ਵਰ ਹੈ, ਰੱਬ ਦੀ ਯਾਦ ਤੇਰੇ ਕੋਲ ਹੈ, ਤੇ ਤੂੰ ਬਚਿਆ, ਤੈਨੂੰ ਜੀਵਨ ਮਿਲਿਆ। ਹੁਣ ਕੀ ਕਰ? ਹਰ ਧਿਆਵੈ ਹਰ ਉਚਰੈ ਵਣਜਾਰਿਆ ਮਿੱਤਰਾ। ਹੇ ਸੌਦਾਗਰਾ, ਹੇ ਮੇਰੇ ਮਿੱਤਰਾ, ਹੁਣ ਤੂੰ ਨਾ ਸੰਸਾਰ ਤੇ ਜਦੋਂ ਆਉਣ ਤੋਂ ਪਹਿਲਾਂ ਰੱਬ ਨੂੰ ਕੀ ਕਰ ਰਿਹਾ? ਧਿਆ ਵੀ ਰਿਹਾ, ਉਚਰ ਵੀ ਰਿਹਾ। ਹਰ ਹਰ ਨਾਮ ਸੰਭਾਰ, ਤੇ ਰੱਬ ਦੇ ਨਾਮ ਦੀ ਸੰਭਾਲ ਵੀ ਤੂੰ ਕਰ ਰਿਹਾ ਹੈ। ਹਰ ਹਰ ਨਾਮ ਜਪੇ ਅਰਾਧੇ, ਵਿੱਚ ਅਗਨੀ ਹਰ ਜਪ ਜੀਵਿਆ। ਬਾਹਰ ਜਨਮ ਭਇਆ ਮੁਖ ਲਾਗਾ, ਸਰਸੇ ਪਿਤਾ ਮਾਤ ਥੀਵਿਆ। ਕਹਿੰਦੇ ਉਥੇ ਤੂੰ ਕੀ ਕਰ ਰਿਹਾ? ਵਿੱਚ ਅਗਨੀ, ਅੱਗ ਦੇ ਵਿੱਚ, ਹਰ ਜਪ ਜੀਵਿਆ, ਰੱਬ ਨੂੰ ਜਪ ਕੇ ਜਿਉਂ ਰਿਹਾ। ਕਿੱਥੇ? ਉਧਰ ਮੰਝਾਰ। ਉਥੇ ਹੁਣ ਕੀ ਕਰ ਰਿਹਾ? ਕਹਿੰਦੇ ਹਰ ਹਰ ਨਾਮ ਜਪੇ ਅਰਾਧੇ। ਇੱਕ ਖਿੰਨ ਪਲ ਮਾਤਰ ਸਮੇਂ ਵਾਸਤੇ ਵੀ ਰੱਬ ਉਥੇ ਨਹੀਂ ਭੁੱਲਦਾ। ਰੱਬ ਜਿਹੜਾ ਹੈ ਉਹ ਵਿਸਰਦਾ ਨਹੀਂ ਹੈ। ਉਥੇ ਨਿਤਾ ਪ੍ਰਤੀ ਰੱਬ ਨਾਲ ਸੁਰਤ ਜੁੜੀ ਹੈ, ਰੱਬ ਨਾਲ ਜੁੜਿਆ ਹੋਇਆ, ਰੱਬ ਜੀ ਦੇ ਚਿੰਤਨ ਵਿੱਚ ਜੁੜਿਆ ਹੋਇਆ। ਔਰ ਰੱਬ ਜੀ ਦੇ ਚਿੰਤਨ ਵਿੱਚ ਜੁੜੇ ਨੂੰ ਅਕਾਲ ਪੁਰਖ ਪਰਮੇਸ਼ਵਰ ਰਤਾ ਮਾਤਰ ਸੇਕ ਵੀ ਨਹੀਂ ਲੱਗਣ ਦਿੰਦਾ। ਉਹਨੂੰ ਸੜਨਾ ਤੇ ਬੜੀ ਦੂਰ ਦੀ ਗੱਲ ਹੈ, ਸੇਕ ਵੀ ਨਹੀਂ ਲੱਗਣ ਦਿੰਦਾ। ਤੇ ਸਾਹਿਬ ਕਹਿੰਦੇ ਹੁਣ ਵਿੱਚ ਅਗਨੀ ਹਰ ਜਪ ਜੀਵਿਆ, ਤੂੰ ਅੱਗ ਦੇ ਵਿੱਚ ਵੀ ਰੱਬ ਨੂੰ ਜਪਦਿਆਂ ਹੋਇਆ ਜੀਵਤ ਰਿਹਾ। ਨਹੀਂ ਤੇ ਅੱਗ ਕਿਸੇ ਦਾ ਲਿਹਾਜ਼ ਕਰਦੀ ਹੈ? ਆਪਾਂ ਸੰਸਾਰਕ ਤੌਰ ਤੇ ਵੀ ਅੱਗ ਲਿਹਾਜ਼ ਕਰਦੀ ਕਿਸੇ ਦਾ? ਅੱਗ ਦਾ ਸੁਭਾਵ ਹੈ, ਪਰਮੇਸ਼ਵਰ ਵੱਲੋਂ ਬਣਾਇਆ ਵੀ ਉਹਨੇ ਸਾੜਨਾ ਹੈ। ਅਗਨ ਦਾ ਸੁਭਾਵ ਹੈ। ਹੁਣ ਅੱਗ ਜਦੋਂ ਲੱਗ ਜਾਏ, ਭਾਵੇਂ ਲੱਗ ਜਾਏ ਘਰ ਨੂੰ, ਤੇ ਭਾਵੇਂ ਲੱਗ ਜਾਏ ਜੰਗਲ ਨੂੰ, ਤੇ ਭਾਵੇਂ ਲੱਗ ਜਾਏ ਸ਼ਹਿਰ ਨੂੰ, ਅੱਗ ਦਾ ਸੁਭਾਵ ਕੀ ਹੈ? ਉਹਨੇ ਸਾੜਨਾ ਹੀ ਹੈ। ਔਰ ਉਹਦੇ ਸੁਭਾਵ ਵਿੱਚ ਵੇਖੋ, ਕੋਈ ਵਸਤੂ ਆ ਜਾਏ, ਕੋਈ ਪਦਾਰਥ ਆ ਜਾਏ, ਉਹਨੇ ਸਾਰੇ ਹੀ ਸਾੜ ਦੇਣੇ। ਲੋਹਾ ਆਇਆ ਉਹ ਵੀ ਸਾੜਤਾ, ਲੱਕੜ ਆਈ ਉਹ ਵੀ ਸਾੜ, ਹਰ ਚੀਜ਼ ਪਿਘਲਾਤੀ ਨਾ ਉਹਨੇ, ਲੱਕੜ ਤੇ ਸਵਾਹ ਕਰਕੇ ਰੱਖਤੀ, ਲੋਹਾ ਨਜ਼ਰੀ ਕੋਈ ਨਹੀਂ ਆ। ਮਨੁੱਖ ਤੇ
ਦਿਸਣ ਹੀ ਨਹੀਂ ਦਿੱਤਾ ਉਹਨੇ, ਸਭ ਕੁਝ ਸਾੜਤਾ। ਅੱਗ ਦਾ ਸੁਭਾਅ ਹੈ ਕਿ ਉਹਦੇ ਵਿੱਚ ਜੋ ਵੀ ਆਏਗਾ ਉਹਨੇ ਸਾੜ ਦੇਣਾ। ਉਹਨੇ ਆਪਣੇ ਸੁਭਾਅ ਦੀ ਪਾਲਣਾ ਕਰਨੀ। ਉਹਨੇ ਇਹ ਨਹੀਂ ਵੇਖਣਾ ਬਜ਼ੁਰਗ ਹੈ, ਉਹਨੇ ਇਹ ਨਹੀਂ ਵੇਖਣਾ ਜਵਾਨ ਹੈ, ਉਹਨੇ ਇਹ ਨਹੀਂ ਵੇਖਣਾ ਵੀ ਇਹ ਬਾਲਕ ਹੈ, ਉਹਨੇ ਸਾੜ ਦੇਣਾ। ਲਿਹਾਜ਼ ਨਹੀਂ ਨਾ, ਇਹ ਥੋੜੀ ਵੀ ਬਾਲਕ ਆ ਗਿਆ ਅੱਗ ਦੇ ਵਿੱਚ ਤੇ ਅੱਗ ਕਹੇਗੀ ਮੈਂ ਥੋੜਾ ਜਿਹਾ ਠੰਡਾ ਹੋ ਜਾ ਵੀ ਇਹ ਤੇ ਬੱਚਾ ਜੇ, ਇਹਨੂੰ ਨਹੀਂ ਚੰਗੀ ਤਰ੍ਹਾਂ ਇਹ ਅੱਗ ਦੇ ਵਿੱਚ ਸੜਨਾ ਨਹੀਂ ਚਾਹੀਦਾ, ਮੈਂ ਆਪਣਾ ਸੁਭਾਅ ਬਦਲ ਲੈਣੀ ਆ, ਇਦਾਂ ਹੋਏਗਾ? ਜਾਂ ਬਜ਼ੁਰਗ ਦੇ ਕੋਲ ਆ ਕੇ, ਕਿਉਂਕਿ ਸਿਆਣੇ ਕਹਿੰਦੇ ਨਾ ਵੀ ਬੱਚਾ ਤੇ ਬਜ਼ੁਰਗ ਇੱਕੋ ਜਿਹੇ ਹੋ ਜਾਂਦੇ। ਹੁਣ ਅੱਗ ਨੇ ਤੇ ਸੁਭਾਅ ਉਹੀ ਰੱਖਣਾ ਹੈ, ਉਹਨੇ ਬਜ਼ੁਰਗ ਨੂੰ ਵੀ ਸਾੜ ਦੇਣਾ, ਬੱਚਾ ਆ ਉਹ ਵੀ ਸਾੜ ਦੇਣਾ। ਉਹਨੇ ਕਿਸੇ ਨੂੰ ਲਿਹਾਜ਼ ਵਿੱਚ ਨਹੀਂ ਲੈ ਕੇ ਆਉਣਾ ਵੀ ਆਹ ਬਜ਼ੁਰਗ ਆ ਗਿਆ, ਇਹਦੇ ਕੋਲੋਂ ਤੇ ਵਿਚਾਰੇ ਕੋਲੋਂ ਤੁਰਿਆ ਨਹੀਂ ਜਾਂਦਾ, ਇਹਨੇ ਭੱਜਣਾ ਕਿੱਥੇ ਹੈ, ਵੀ ਇਹਨੂੰ ਨਹੀਂ ਮੈਂ ਸਾੜਨਾ, ਇਹਨੂੰ ਕਹਿੰਨੀ ਵੀ ਹੌਲੀ ਹੌਲੀ ਲੰਘ ਜਾ, ਕੋਈ ਗੱਲ ਨਹੀਂ, ਏਦਾਂ ਕਹਿਣਾ ਅੱਗ ਨੇ? ਨਹੀਂ, ਉਹਦਾ ਸੁਭਾਅ ਹੈ ਵੀ ਉਹਨੇ ਸਾੜਨਾ ਹੀ ਹੈ। ਤੇ ਸਾਹਿਬ ਕਹਿੰਦੇ ਜਿਹਦਾ ਸੁਭਾਅ ਹੈ ਸਾੜਨਾ, ਤੂੰ ਉਹਦੇ ਵਿੱਚ ਬੈਠਾ ਰਿਹਾ, ਉਹਨੇ ਤੈਨੂੰ ਸਾੜਿਆ ਨਹੀਂ। ਕਾਰਨ ਕੀ? ਤੇ ਫਿਰ ਕਾਰਨ ਜਦੋਂ ਦੱਸਿਆ, ਕਹਿੰਦੇ ਹਰ ਹਰ ਜਪ ਜੀਵਿਆ, ਆਹ ਕਾਰਨ ਹੈ ਵੀ ਤੂੰ ਨਾ ਜਪਦਾ ਰਿਹਾ ਹਰੀ ਨੂੰ, ਰੱਬ ਨੂੰ ਜਪਦਾ ਰਿਹਾ, ਇਸ ਕਰਕੇ ਜੀਵਿਆ, ਤੂੰ ਜਿਉਂਦਾ ਰਿਹਾ, ਉਹਨੇ ਸੜਨ ਨਹੀਂ ਦਿੱਤਾ। ਦੇਖੋ ਨਾ, ਆਪਾਂ ਸੰਸਾਰਕ ਤੌਰ ਤੇ ਜਦੋਂ ਪੜ੍ਹਿਆ ਤੇ ਮਾਲਕ ਪਾਤਸ਼ਾਹ ਜੀ ਦੀ ਇੱਕ ਪਾਵਨ ਬਚਨ ਆਪਾਂ ਪੜ੍ਹਦੇ, ਤਾਤੀ ਵਾਉ ਨਾ ਲੱਗਈ ਪਾਰ ਬ੍ਰਹਮ ਸ਼ਰਨਾਈ, ਵੀ ਉਹ ਤੱਤੀ ਹਵਾ ਵੀ ਨਹੀਂ ਲੱਗਣ ਦਿੰਦਾ, ਤੱਤੀ ਹਵਾ ਵੀ ਨਹੀਂ ਲੱਗਣ ਦਿੰਦਾ, ਮਤਲਬ ਰਤਾ ਮਾਤਰ ਦੁੱਖ ਵੀ ਨਹੀਂ ਆਉਣ ਦਿੰਦਾ, ਤੇ ਅੱਗ 'ਚ ਸੜਨ ਦਏਗਾ? ਤੇ ਆਖਿਆ ਪਰ ਕਵਚ ਤੇ ਅਸੀਂ ਹੀ ਬਣਾਉਣਾ ਨਾ, ਆਲੇ ਦੁਆਲੇ ਆਪਣੇ ਆਪ ਨੂੰ ਸੇਫ ਰੱਖਣ ਵਾਸਤੇ ਆਲ ਦੁਆਲ ਦੀ ਜਿਹੜੀ ਆਸ-ਪਾਸ ਦੀ ਲਕੀਰ ਹੈ ਉਹ ਅਸੀਂ ਖਿੱਚਣੀ। ਤੇ ਮੈਂ ਲਕੀਰ ਖਿੱਚੀ ਫਿਰਾਂ, ਸੰਸਾਰਕ ਪਦਾਰਥਾਂ ਦੀ ਵਸਤੂਆਂ ਉਹ ਵੀ ਸੜਨਗੇ ਤੇ ਮੈਂ ਵੀ ਸੜਾਂਗਾ। ਤੇ ਬਾਪੂ ਜੀ ਕੀ ਕਹਿੰਦੇ, ਚੌਗਿਰਦ ਹਮਾਰੇ ਰਾਮਕਾਰ, ਮੇਰੇ ਦੁਆਲੇ ਕੀ ਹੈ? ਰੱਬ ਜੀ ਦਾ ਇੱਕ ਚਿੰਤਨ ਰੂਪ ਕਹਿ ਲੋ, ਯਾਦ ਰੂਪ ਕਹਿ ਲੋ। ਦੁੱਖ ਲੱਗੇ ਨਾ, ਤਕਲੀਫ ਹੀ ਕੋਈ ਨਹੀਂ ਹੁਣ ਤੇ, ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ, ਕੋਈ ਤਕਲੀਫ, ਕੋਈ ਦੁੱਖ ਨਹੀਂ ਹੈ, ਕਿਉਂਕਿ ਰੱਬ ਪਰਮੇਸ਼ਵਰ ਦਾ ਚਿੰਤਨ ਕੋਲੇ ਹੈ। ਹੁਣ ਅਗਾਂਹ ਜਦੋਂ ਜ਼ਿਕਰ ਕੀਤਾ ਸਾਹਿਬ ਨੇ, ਕਹਿੰਦੇ ਬਾਹਰ ਜਨਮ ਭਇਆ ਮੁਖ ਲਾਗਾ, ਸਰਸੇ ਸਰਸੇ ਪਿਤਾ ਮਾਤ ਥੀਵਿਆ। ਸਾਰੇ ਬੜੇ ਖੁਸ਼ ਹੋਏ, ਮਾਂ ਵੀ ਬੜੀ ਪ੍ਰਸੰਨ ਹੋਈ ਕਿ ਮੇਰੀ ਕੁੱਖ ਤੋਂ ਅੱਜ ਮੇਰੇ ਔਲਾਦ ਨੇ ਜਨਮ ਲਿਆ। ਕਿਉਂਕਿ ਮਮਤਾ ਜਿਹੜੀ ਉਹ ਪ੍ਰਸੰਨ ਬਹੁਤ ਹੈ, ਔਰ ਪਿਤਾ ਬੜਾ ਪ੍ਰਸੰਨ ਵੀ ਅੱਜ ਮੇਰੇ ਘਰ ਵਿੱਚ ਔਲਾਦ ਨੇ ਜਨਮ ਲਿਆ। ਇਹਨਾਂ ਨੂੰ ਵੀ ਬੜਾ ਪਿਆਰਾ ਬੱਚਾ, ਉਹ ਔਲਾਦ ਬੜੀ ਚੰਗੀ, ਤੇ ਔਲਾਦ ਨੂੰ ਆਪਣੇ ਮਾਂ-ਬਾਪ ਬੜੇ ਚੰਗੇ ਨੇ, ਉਹ ਵੀ ਬੜੇ ਪਿਆਰੇ। ਸਾਹਿਬ ਕਹਿੰਦੇ ਬਾਹਰ ਜਨਮ ਭਇਆ ਮੁਖ ਲਾਗਾ, ਕਹਿੰਦੇ ਹੁਣ ਕੀ ਹੋਇਆ, ਮਾਂ ਪਿਓ ਦੇ ਨਾ ਮੱਥੇ ਲੱਗਾ, ਮੁਖ ਲਾਗਾ ਤੋਂ ਬਾਅਦ ਵੀ ਉਹਨਾਂ ਦੇ ਮੱਥੇ ਲੱਗਾ, ਉਹਨਾਂ ਨੂੰ ਮਿਲਿਆ, ਔਰ ਮਾਂ ਪਿਓ ਜਿਹੜੇ ਸਰਸੇ ਥੀਵਿਆ, ਉਹ ਬੜੇ ਪ੍ਰਸੰਨ ਹੋਏ, ਉਹਨਾਂ ਨੂੰ ਬੜੀ ਖੁਸ਼ੀ ਮਿਲੀ ਵੀ ਅੱਜ ਸਾਡੇ ਘਰ ਵਿੱਚ ਔਲਾਦ ਨੇ ਜਨਮ ਲਿਆ ਹੈ। ਜਿਸ ਕੀ ਵਸਤ ਤਿਸ ਚਿਤ ਹੋ ਪ੍ਰਾਣੀ, ਕਰ ਹਿਰਦੈ ਗੁਰਮੁਖ ਵਿਚਾਰ। ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰ, ਹਰ ਜਪੀਐ ਕਿਰਪਾ ਧਾਰ। ਹੁਣ ਸਾਹਿਬ ਕਹਿੰਦੇ ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ, ਇਹ ਦੋਨਾਂ ਵਾਸਤੇ ਹੈ,
ਇਕੱਲੇ ਮਾਂ ਪਿਓ ਵਾਸਤੇ ਨਹੀਂ, ਵੀ ਮਾਂ ਪਿਓ ਨੂੰ ਕਹਿੰਦੇ ਵੀ ਜਿਸ ਕੀ ਵਸਤੂ ਤੇ ਚੇਤੋ ਪ੍ਰਾਨ, ਵੀ ਰੱਬ ਦੀ ਵਸਤੂ ਤੇ ਤੂੰ ਚੇਤੇ ਕਰ। ਬੱਚੇ ਵਾਸਤੇ ਵੀ ਹੈ ਵੀ ਤੇਰੀ ਜ਼ਿੰਦਗੀ ਰੱਬ ਨੇ ਦਿੱਤੀ ਹੈ, ਜਿਸ ਕੀ ਵਸਤ ਤਿਸ ਚੇਤੋ ਪ੍ਰਾਨੀ। ਬੱਚੇ ਵਾਸਤੇ ਵੀ ਹੈ, ਕਿਉਂਕਿ ਕੱਲਾ ਬੱਚਾ ਨਹੀਂ, ਔਲਾਦ ਨਹੀਂ ਮਾਂ ਪਿਓ ਨੂੰ ਮਿਲੀ, ਔਲਾਦ ਨੂੰ ਮਾਂ ਪਿਓ ਵੀ ਮਿਲੇ ਨੇ, ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ। ਹੁਣ ਵਸਤੂ ਤੇ ਦੋਨਾਂ ਨੂੰ ਹੀ ਮਿਲੀ ਨਾ, ਮਾਂ ਪਿਓ ਨੂੰ ਔਲਾਦ ਮਿਲੀ ਤੇ ਔਲਾਦ ਨੂੰ ਮਾਂ ਪਿਓ ਮਿਲੇ। ਮਾਂ ਪਿਓ ਨੂੰ ਔਲਾਦ ਮਿਲੀ ਹੈ, ਬੱਚਾ ਮਿਲਿਆ ਹੈ, ਉਧਰ ਬੱਚੇ ਨੂੰ ਜੀਵਨ ਵੀ ਮਿਲਿਆ। ਫਿਰ ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ। ਉਹ ਮਨੁੱਖਾ ਜਿਹਦੀ ਇਹ ਵਸਤੂ ਹੈ, ਕਿਹੜੀ? ਤੇਰੀ ਜ਼ਿੰਦਗੀ। ਤੈਨੂੰ ਦਿੱਤੇ ਮਾਂ ਪਿਓ, ਕਿਹਨੇ ਦਿੱਤੇ? ਅਕਾਲ ਪੁਰਖ ਜੀ ਨੇ, ਰੱਬ ਜੀ ਨੇ। ਤੇ ਔਲਾਦ ਕਿਹਨੇ ਦਿੱਤੀ? ਰੱਬ ਜੀ ਨੇ, ਪਰਮੇਸ਼ਵਰ ਨੇ। ਇਸ ਲਈ ਦੋਵਾਂ ਧਿਰਾਂ ਨੂੰ ਕੀ ਹੋ ਗਿਆ ਹੁਣ? ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ। ਕਰ ਹਿਰਦੈ ਗੁਰਮੁਖ ਵਿਚਾਰ, ਕਹਿੰਦੇ ਆਪਣੇ ਹਿਰਦੇ ਦੇ ਵਿੱਚ ਗੁਰੂ ਦੇ ਰਾਹੀਂ ਵਿਚਾਰ ਕਰਕੇ ਵੇਖ ਵੀ ਇਹ ਦਾਤ ਕਿਹਦੀ ਹੈ, ਇਹ ਵਸਤੂ ਕਿਹਦੀ ਹੈ। ਚਾਹੇ ਜੀਵਨ ਦੀ ਗੱਲ ਕਰ ਲਈਏ ਤੇ ਭਾਵੇਂ ਦਾਤ ਦੀ ਬਾਤ ਕਰ ਲਈਏ, ਤੇ ਪਰ ਸਾਡੀ ਫਿਤਰਤ ਕੀ ਦਾਤ ਪਿਆਰੀ, ਵਿਸਰਿਆ ਦਾਤਾਰਾ। ਸਾਡੀ ਫਿਤਰਤ ਤੇ ਇਹ ਹੈ, ਸਾਡੇ ਸੁਭਾਅ ਵਿੱਚ ਤੇ ਕਿਤੇ ਆਇਆ ਹੀ ਨਹੀਂ ਵੀ ਅਸੀਂ ਦਾਤ ਲੈ ਕੇ ਤੇ ਰੱਬ ਜੀ ਨੂੰ ਆਖੀਏ ਵੀ ਰੱਬ ਜੀ ਸ਼ੁਕਰ ਹੈ ਤੇਰਾ। ਸਾਡੀ ਤੇ ਫਿਤਰਤ ਕੀ ਹੈ? 10 ਵਸਤੂਲੇ ਪਾਛੈ ਪਾਵੈ, ਏਕ ਵਸਤ ਕਾਰਨ ਬਿਖੋਟ ਗਵਾਵੈ। ਸਾਡੀ ਸੁਭਾਅ, ਸਾਡੀ ਫਿਤਰਤ ਤੇ ਇਹ ਹੈ। ਰੱਬ ਜੀ ਨੇ ਔਲਾਦ ਦੇਤੀ, ਅਸੀਂ ਇਸ ਗੱਲ ਦੀ ਖੁਸ਼ੀ ਨਹੀਂ ਮਨਾਈ, ਅਸੀਂ ਇਸ ਗੱਲ ਦੇ ਦੁੱਖ 'ਚ ਆ ਗਏ। ਜੋ ਇਨਸਾਨੀ ਸੁਭਾਅ, ਵੀ ਰੱਬ ਨੇ ਲੜਕੀ ਦੇਤੀ, ਉਹੀ ਇੱਧਰ ਨੂੰ ਤੁਰ ਪਏ। ਖੁਸ਼ੀ ਨਹੀਂ ਮਨਾਈ, ਪ੍ਰਸੰਨਤਾ ਹੈ ਤੇ ਰੱਬ ਦਾ ਜੀਓ ਹੀ ਹੈ ਨਾ, ਜਿੰਨੇ ਦਿੱਤਾ ਉਹ ਆਪਣੀ ਰਿਜ਼ਕ, ਆਪਣੀ ਰੋਜ਼ੀ ਆਪਣੇ ਨਾਲ ਲੈ ਕੇ ਆਇਆ ਹੈ। ਤੇਰੇ ਸਿਰ ਤੇ ਬੋਝ ਨਹੀਂ ਹੈ। ਅਸੀਂ ਸਮਝ ਲੈਨੇ ਆ ਵੀ ਇਹ ਸਾਡੇ ਸਿਰ ਤੇ ਹੁਣ ਬੋਝ ਹੈ, ਅਸੀਂ ਕਿਵੇਂ ਸਾਂਭਾਂਗੇ। ਬਸ ਇਸੇ ਸੁਭਾਅ ਨੂੰ ਕਿਤੇ ਜੇ ਬਦਲ ਜਾਏ ਨਾ, ਸਾਡੀ ਇਹ ਸੋਚ ਬਦਲ ਜਾਏ, ਉਹ ਬੋਝ ਨਹੀਂ ਹੈ। ਇੱਕ ਪਾਸੇ ਅਸੀਂ ਬਾਣੀ 'ਚ ਪੜ੍ਹ ਰਹੇ ਹਾਂ ਕਿ ਪਹਿਲੋਂ ਦੇ ਤੈਂ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਬਾਅਦ ਵਿੱਚ ਉਹ ਜੀਵ ਨੂੰ ਪੈਦਾ ਕਰਦਾ, ਪਹਿਲੋਂ ਰਿਜ਼ਕ ਦਾ ਪ੍ਰਬੰਧ ਕਰਦਾ ਹੈ। ਤੇ ਜੇ ਮਨੁੱਖ ਦੇ ਜਨਮ ਵੇਲੇ, ਲੜਕੇ ਦੇ ਜਨਮ ਵੇਲੇ ਅਸੀਂ ਕਹਿੰਦੇ ਆ ਕਿ ਰੱਬ ਜੀ ਨੇ ਰਿਜ਼ਕ ਪਹਿਲੋਂ ਪ੍ਰਬੰਧ ਕੀਤਾ, ਤੇ ਲੜਕੀ ਦੇ ਵੇਲੇ ਨਹੀਂ ਕੀਤਾ? ਕੀਤਾ ਨਾ। ਉਹ ਜਿਹੜੀ ਕੁਦਰਤੀ ਦਾਤ ਹੈ ਉਹ ਲੜਕੇ ਦੇ ਵੇਲੇ ਵੀ ਮਾਂ ਨੂੰ ਦਿੱਤੀ ਤੇ ਲੜਕੀ ਦੇ ਵੇਲੇ ਵੀ ਦਿੱਤੀ। ਰੱਬ ਨੇ ਤੇ ਕੋਈ ਫਰਕ ਨਹੀਂ ਕੀਤਾ। ਅਸੀਂ ਉਹਦਾ ਸ਼ੁਕਰਾਨਾ ਕਰਨ ਦੀ ਬਜਾਏ ਉਹਦੇ ਨਾਲ ਉਲਾਮਿਆਂ ਵਾਲੇ ਪਾਸੇ ਹੋ ਗਏ ਵੀ ਰੱਬਾ ਕੀ ਖਿਮਾ ਕਰਿਓ, ਮੈਂ ਲਫ਼ਜ਼ ਵਰਤਣ ਲੱਗਿਆ। ਕਈ ਤੇ ਇੱਥੋਂ ਤੱਕ ਵੀ ਲਫ਼ਜ਼ ਵਰਤ ਲੈਂਦੇ ਮਾਂ ਲਈ ਵੀ ਤੂੰ ਸਾਡੇ ਲਈ ਪੱਥਰ ਸਾਨੂੰ ਦਿੱਤਾ, ਉਹ ਬੱਚੀ ਲਈ ਲਫ਼ਜ਼ ਪੱਥਰ ਤੇ ਮਾਂ ਨੂੰ ਉਲਾਮੇ। ਕਿੱਥੇ ਆ ਗਏ ਅਸੀਂ? ਸ਼ੁਕਰਾਨਾ ਕਿੱਧਰ ਗਿਆ? ਸਾਡਾ ਸੁਭਾਵ ਤੇ ਇਹੀ ਹੈ ਨਾ ਵੀ 10 ਵਸਤੂ ਲੈ ਪਾਛੈ ਪਾਵੇ, ਏਕ ਵਸਤ ਕਾਰਨ ਬਿਖੋਟ ਗਵਾਵੇ। ਹੁਣ ਸਾਹਿਬ ਅੱਗੇ ਵੇਖੋ ਕੀ ਕਹਿੰਦੇ, ਏਕ ਭੀ ਨਾ ਦੇ 10 ਭੀ ਫਿਰ ਲੈ, ਤਉ ਮੂੜਾ ਕਹੋ ਕਹਾ ਕਰੇ। ਇਹ ਹੁਣ ਸੱਜਣਾ ਕਹਿੰਦੇ ਇੱਕ ਗੱਲ ਦੱਸ ਵੀ ਜਿੰਨੇ ਤੇਰੇ ਘਰ 'ਚ ਤੈਨੂੰ ਔਲਾਦ ਦੇਤੀ, ਤੂੰ ਉਹਦਾ ਸ਼ੁਕਰਾਨਾ ਕਰਨ ਦੀ ਬਜਾਏ ਉਲਾਮਿਆਂ ਤੇ ਉਤਰ। ਜੇ ਔਲਾਦ ਵੀ ਨਾ ਦਿੰਦਾ ਤਾਂ ਕੀ ਕਰ ਲੈਂਦਾ? ਹੈ ਜਵਾਬ ਸਾਡੇ ਕੋਲ ਕੋਈ? ਅਸੀਂ ਇਹ ਨਾ ਸੋਚੀਏ ਵੀ ਉਹਨੇ ਲੜਕੀ ਕਿਉਂ ਦੇਤੀ, ਅਸੀਂ ਇਹ ਸੋਚੀਏ ਵੀ ਉਹਨੇ ਦਾਤ ਝੋਲੀ 'ਚ ਪਾਤੀ। ਕਈ ਤੇ ਸੰਸਾਰ ਉੱਤੇ ਉਹ ਵੀ ਰਹਿ ਹੀ ਰਹੇ ਨਾ, ਜਿਹੜੇ ਤਰਸ ਰਹੇ ਕਿ ਸਾਡੇ ਘਰ 'ਚ ਔਲਾਦ ਪੈਦਾ ਹੋਵੇ।
ਤੈਨੂੰ ਤੇ ਰੱਬ ਨੇ ਸੁਭਾਗ ਦਿੱਤਾ, ਤੈਨੂੰ ਤੇ ਰੱਬ ਨੇ ਚੰਗਾ ਵੇਲਾ ਦਿੱਤਾ ਵੀ ਤੇਰੇ ਘਰ 'ਚ ਔਲਾਦ ਜਨਮ ਲੈ ਰਹੀ। ਉਹਨਾਂ ਨੂੰ ਪੁੱਛ ਕੇ ਵੇਖ ਨਾ ਔਲਾਦ ਦੀ ਕੀਮਤ ਕੀ ਹੈ ਜਿਨ੍ਹਾਂ ਕੋਲ ਹੈ ਨਹੀਂ। ਤੇ ਤੂੰ ਮੰਨ ਕਹਿੰਦੇ ਇੱਕ ਪੀ ਨਾ ਦੇ, ਮੰਨ ਲਓ ਇਹ ਵੀ ਨਾ ਦਿੰਦਾ, 10 ਪੀ ਹਿਰਲੇ ਜਿਹੜੀਆਂ ਉਹਨੇ ਪਹਿਲਾਂ ਦਿੱਤੀਆਂ ਉਹ ਨਹੀਂ ਨਾ ਚੇਤੇ, ਜਿਹੜੀ ਇੱਕ ਸਾਨੂੰ ਨਹੀਂ ਮਿਲੀ ਉਹ ਚੇਤੇ ਹੈ। ਸਾਹਿਬ ਕਹਿੰਦੇ ਉਹਦੇ ਬਦਲੇ ਜਿਹੜੀ ਉਹਨੇ ਤੈਨੂੰ ਦਿੱਤੀ ਹੈ ਵਸਤੂ ਉਹ ਵੀ ਲੈ ਲੈ। 10 ਪੀ ਹਿਰਲੇ 10 ਹੋਰ ਵੀ ਖੋਲੇ, ਤਉ ਮੂੜਾ ਕਹੋ ਕਹਾ ਕਰੇ। ਉਹ ਮੂਰਖਾ ਫਿਰ ਦੱਸ ਕੀ ਕਰ ਲੇਗਾ? ਅਸੀਂ ਉਹਦਾ ਕੁਝ ਕਰ ਸਕਦੇ ਹਾਂ? ਇੱਕ ਵਜੀਦ ਨੇ ਬੜਾ ਸੋਹਣਾ ਜ਼ਿਕਰ ਕਹਿੰਦਾ, ਸੰਸਾਰ ਦਾ ਉਹਨੇ ਨਾ ਜ਼ਿਕਰ ਕਰਦਿਆਂ ਲਿਖਿਆ, ਕਹਿੰਦਾ ਵੀ ਇਕਨਾਂ ਦੇ ਘਰ ਪੁੱਤਰ, ਪੁੱਤਾਂ ਦੇ ਘਰ ਪੋਤਰੇ, ਇਕਨਾਂ ਦੇ ਘਰ ਧੀ, ਧੀਆਂ ਦੇ ਘਰ ਦੋਤਰੇ, ਇਕਨਾਂ ਦੇ ਘਰ ਇੱਕ ਤੇ ਉਹ ਵੀ ਜਾਏ ਮਰ। ਵਜੀਦਾ ਕੌਣ ਸਾਹਿਬ ਨੂੰ ਆਖੇ ਇੰਜ ਨਹੀਂ ਤੂੰ ਇੰਜ ਕਰ। ਹੈ ਜਵਾਬ ਸਾਡੇ ਕੋਲ? ਸਾਹਿਬ ਕਹਿੰਦੇ ਜਿਸ ਕੀ ਵਸਤ ਤਿਸ ਚੇਤੋ ਪ੍ਰਾਣੀ। ਉਹਨੂੰ ਚੇਤੇ ਕਰੀਏ, ਅਸੀਂ ਉਹਦਾ ਸ਼ੁਕਰ ਗੁਜ਼ਾਰੀਏ ਵੀ ਰੱਬ ਜੀ ਤੇਰਾ ਸ਼ੁਕਰਾਨਾ, ਤੂੰ ਸਾਡੀ ਝੋਲੀ ਵਿੱਚ ਇਹ ਦਾਤ ਪਾਈ। ਤੇ ਇਹ ਨਹੀਂ ਵੀ ਆਪਣੀ ਮੱਤ ਨਾਲ ਵਿਚਾਰ ਕਰਨੀ, ਆਪਣੀ ਮੱਤ ਨਾਲ ਨਹੀਂ, ਕਿਉਂਕਿ ਮਨੁੱਖਾ ਮੱਤ ਤੇ ਉਹੀ ਹੈ ਨਾ। ਸਾਹਿਬ ਕਹਿੰਦੇ ਜਿਸ ਕੀ ਵਸਤ ਤਿਸ ਚੇਤੋ ਪ੍ਰਾਨੀ, ਹਰ ਉਹ ਪਰਮੇਸ਼ਵਰ ਜੀ ਨੂੰ ਚੇਤੇ ਕਰਨਾ। ਕਰ ਹਿਰਦੈ ਗੁਰਮੁਖ ਵਿਚਾਰ, ਆਪਣੇ ਹਿਰਦੇ ਵਿੱਚ ਗੁਰੂ ਦੇ ਰਾਹੀਂ ਵਿਚਾਰ ਕਰਕੇ ਵੇਖ। ਮਤਲਬ ਗੁਰੂ ਦੀ ਮੱਤ ਨਾਲ ਵਿਚਾਰ ਕਰੀ, ਆਪਣੀ ਨਾਲ ਨਹੀਂ ਕਰਨਾ। ਆਪਣੀ ਮੱਤ ਦਾ ਤੇ ਨਤੀਜਾ ਤੈਨੂੰ ਪਤਾ ਹੀ ਹੈ। ਤੇਰੇ ਨਾਲੋਂ ਭਲਾ ਤੇਰੀ ਮੱਤ ਨੂੰ ਕੌਣ ਜਾਣਦਾ? ਤੇਰੇ ਨਾਲੋਂ ਚੰਗਾ ਤੇਰੀ ਮੱਤ ਨੂੰ ਕੌਣ ਜਾਣਦਾ? ਇਸ ਲਈ ਜੇ ਵਿਚਾਰ ਕਰਨੀ ਤੇ ਗੁਰੂ ਦੀ ਮੱਤ ਲੈ ਕੇ ਵਿਚਾਰ ਕਰੀ। ਫਿਰ ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਕਹਿੰਦੇ ਪ੍ਰਾਣੀ ਇਹ ਬਾਤ ਸਮਝ ਲਾ, ਹਰ ਜਪੀਐ ਹਰੀ ਪਰਮੇਸ਼ਵਰ ਨੂੰ ਜਪ, ਕਿਰਪਾ ਧਾਰ ਉਹ ਤੇਰੇ ਉੱਤੇ ਰਹਿਮਤ ਵਰਤਾਏ। ਉਹਦੇ ਕੋਲੋਂ ਇਹ ਦਾਤ ਮੰਗਿਆ ਕਰਕੇ ਮੈਂ ਆਪਣੀ ਜ਼ਿੰਦਗੀ ਦਾ ਪਹਿਲਾ ਪਹਿਰ, ਜ਼ਿੰਦਗੀ ਰੂਪੀ ਰਾਤ ਦਾ ਪਹਿਲਾ ਪਹਿਰ ਅਕਾਲ ਪੁਰਖ ਪਰਮੇਸ਼ਵਰ ਜੀਓ ਤੁਹਾਡੀ ਯਾਦ ਦੇ ਵਿੱਚ ਗੁਜ਼ਾਰਾਂ। ਦੂਜੈ ਪਹਿਰ ਰਹਿਣ ਕੈ ਵਨਜ਼ਾਰਿਆ ਮਿੱਤਰਾ, ਮਨ ਲਾਗਾ ਦੂਜੈ ਪਾਏ। ਮੇਰਾ ਮੇਰਾ ਕਰ ਪਾਲੀਐ ਵਨਜ਼ਾਰਿਆ ਮਿੱਤਰਾ, ਲੈ ਮਾਤ ਪਿਤਾ ਗਲ ਲਾਏ। ਜ਼ਿੰਦਗੀ ਦਾ ਦੂਜਾ ਪਹਿਰ ਸ਼ੁਰੂ ਹੋਇਆ, ਜ਼ਿੰਦਗੀ ਰੂਪੀ ਰਾਤ ਦਾ ਦੂਜਾ ਪਹਿਰ ਚੱਲ ਪਿਆ। ਮਤਲਬ ਇੱਕ ਹਿੱਸਾ ਜ਼ਿੰਦਗੀ ਦਾ ਲੰਘ ਗਿਆ, 4 ਹਿੱਸੇ ਨਾ ਜ਼ਿੰਦਗੀ, 4 ਚੋਂ ਇੱਕ ਲੰਘ ਗਿਆ ਤੇ ਦੂਜਾ ਹਿੱਸਾ ਚੱਲ ਪਿਆ। ਜਦੋਂ ਦੂਜਾ ਚੱਲਿਆ ਤੇ ਸਤਿਗੁਰੂ ਕਹਿੰਦੇ ਮਨ ਲਾਗਾ ਦੂਜੈ ਭਾਏ। ਮਨ ਜਿਹੜਾ ਨਾ ਉਹ ਦੂਜੇ ਭਾਏ 'ਚ ਲੱਗ ਗਿਆ। ਦੂਜੇ ਭਾਏ ਵਿੱਚ ਲੱਗਣ ਤੋਂ ਭਾਵ ਵੀ ਪਰਮੇਸ਼ਵਰ ਨਾਲ ਨਹੀਂ ਜੁੜਿਆ, ਰੱਬ ਜੀ ਨਾਲ ਨਹੀਂ ਜੁੜਿਆ, ਰੱਬ ਜੀ ਦੀਆਂ ਬਣਾਈਆਂ ਵਸਤੂਆਂ ਨਾਲ ਜੁੜ ਗਿਆ। ਰੱਬ ਨਹੀਂ ਚੇਤੇ ਆਇਆ, ਸਗੋਂ ਜਿਹੜੀਆਂ ਵਸਤੂਆਂ ਉਹਨੇ ਦਿੱਤੀਆਂ ਸੀ ਨਾ ਉਹ ਵਸਤੂਆਂ ਮੁੜ ਮੁੜ ਚੇਤੇ ਕਰੀ ਜਾਂਦਾ ਹੈ, ਪਦਾਰਥ ਮੁੜ ਮੁੜ ਚੇਤੇ ਕਰੀ ਜਾਂਦਾ ਹੈ। ਹੁਣ ਚਾਹੀਦਾ ਤੇ ਇਹ ਸੀ ਕਿ ਅਸੀਂ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਸ਼ੁਕਰ ਕਰਦੇ, ਸ਼ੁਕਰਾਨਾ ਕਰਦੇ। ਰੱਬ ਜੀਓ ਆਪ ਜੀ ਨੇ ਬੜੀ ਰਹਿਮਤ ਵਰਤਾਈ, ਫਰਜ਼ ਤੇ ਇਹੀ ਬਣਦਾ ਸੀ, ਬੜੀ ਬਖਸ਼ਿਸ਼ ਕੀਤੀ ਆਪ ਜੀ ਨੇ। ਪਰ ਸਾਡਾ ਸ਼ੁਕਰਾਨਾ ਕਰਨ ਦੀ ਬਜਾਏ, ਅਸੀਂ ਉਹਦਾ ਸ਼ੁਕਰਗੁਜ਼ਾਰ ਹੋਣ ਦੀ ਬਜਾਏ ਆਪਣਾ ਨੇਹ ਜਿਹੜਾ ਨਾ ਉਹ ਵਸਤੂ ਨਾਲ ਲਾ ਲਿਆ। ਦਾਤਾਰਾ ਜਿਹੜਾ ਸੀ ਉਹ ਭੁੱਲ ਗਿਆ, ਦਾਤਾਰ ਭੁੱਲ ਗਿਆ।
ਬਸ ਇਉਂ ਕਹਿ ਲਈਏ ਵੀ ਅਸੀਂ ਵੀ ਉਹਨਾਂ ਦੇ ਵਿੱਚ ਸ਼ਾਮਲ ਹੋ ਗਏ ਜਿਹੜੇ ਲੈ ਕੇ ਮੁੱਕਰਨ ਵਾਲੇ ਸੀ ਨਾ, ਉਹਨਾਂ ਦੀ ਗਿਣਤੀ ਚ ਆ ਗਏ, ਲੈ ਕੇ ਅਸੀਂ ਮੁੱਕਰ ਗਏ। ਤੇ ਜਦੋਂ ਮੁੱਕਰ ਗਏ ਨਾ, ਸਤਿਗੁਰੂ ਕਹਿੰਦੇ ਹੁਣ ਕਰ ਕੀ ਰਹੇ ਨੇ ਇਹ, ਜੋ ਕਿ ਪਹਿਲੋਂ ਬਾਪੂ ਜੀ ਨੇ ਕਿਹਾ ਜਿਸ ਕੀ ਵਸਤ ਤਿਸ ਚੇਤੋ ਪ੍ਰਾਨੀ। ਹੁਣ ਇਹਦੇ ਚ ਕੀ ਕਰ ਰਿਹਾ? ਦੂਜੇ ਪੈਰ ਵਿੱਚ ਮਨ ਲਾਗਾ ਦੂਜੇ ਭਾਏ, ਦੂਸਰੇ ਪ੍ਰੇਮ ਵਿੱਚ ਫਸ ਗਿਆ। ਇੱਥੇ ਦੂਜਾ ਲਫ਼ਜ਼ ਵਰਤਿਆ ਗਿਆ ਦਵੈਤ ਭਾਵ, ਰੱਬ ਜੀ ਤੋਂ ਛੁੱਟ, ਰੱਬ ਜੀ ਨੂੰ ਛੱਡ ਕੇ, ਰੱਬ ਜੀ ਦੀ ਯਾਦ ਤੋਂ ਬਿਨਾ ਬਾਕੀ ਕਿਸੇ ਵਸਤੂ ਨਾਲ ਜੁੜ ਜਾਣਾ, ਚਾਹੇ ਉਹ ਮਾਤਾ ਪਿਤਾ ਹੋਣ, ਚਾਹੇ ਔਲਾਦ ਹੋਵੇ, ਚਾਹੇ ਘਰ-ਬਾਰ ਹੋਵੇ, ਚਾਹੇ ਕੰਮਕਾਰ ਹੋਵੇ, ਚਾਹੇ ਮਾਇਕ ਕੋਈ ਪਦਾਰਥ, ਕੋਈ ਵਸਤੂ ਹੋਵੇ, ਬਸ ਉਹ ਵਸਤੂ ਜਿਹਦੇ ਕਰਕੇ ਰੱਬ ਭੁੱਲ ਗਿਆ, ਰੱਬ ਦੀ ਯਾਦ ਵੀ ਹਿਰਦੇ 'ਚ ਨਹੀਂ ਰਹੀ। ਹੁਣ ਅਗਾਂਹ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਨੇ ਲਫ਼ਜ਼ ਵਰਤੇ, ਕਹਿੰਦੇ ਜਦੋਂ ਦੂਜੇ ਭਾਏ ਵਿੱਚ ਮਨ ਲੱਗਾ ਨਾ ਤੇ ਕਰ ਕੀ ਰਿਹਾ? ਉਹ ਮਨ ਹੁਣ ਮੇਰਾ ਮੇਰਾ ਕਰ ਪਾਲੀਐ। ਲਾੜ ਲੜਾਉਂਦੇ ਆ ਮਾਂ ਕੀ ਕਰਦੀ? ਪਿਤਾ ਜਦੋਂ ਲਾੜ ਲੜਾਵੇ ਤੇ ਉਹ ਕੀ ਕਰਦਾ? ਪਰਵਰਿਸ਼ ਕਿੱਦਾਂ ਹੁੰਦੀ ਔਲਾਦ ਦੀ? ਮੇਰਾ ਪੁੱਤਰ ਮੇਰਾ ਮੇਰਾ ਕਰ ਪਾਲੀਐ, ਪਾਲਿਆ ਉਹਨੂੰ। ਵਣਜਾਰਿਆ ਮਿੱਤਰਾ ਲੈ ਮਾਤ ਪਿਤਾ ਗਲ ਲਾਏ, ਆਪਣੇ ਗਲ ਨਾਲੋਂ ਵੀ ਲਾਉਂਦੇ ਨਹੀਂ। ਗਲ ਨਾਲੋਂ ਲਾਉਣ ਤੋਂ ਭਾਵ ਵੀ ਕੋਈ ਕੰਮ ਹੋ ਜਾਏ ਪੁੱਛ ਲੋ ਕਿਹਦੇ ਵਾਸਤੇ ਕਰ ਰਹੇ? ਔਲਾਦ ਲਈ ਜੀ। ਪਿਤਾ ਨੂੰ ਪੁੱਛੋ ਵੀ ਇੰਨਾ ਪਸਾਰਾ ਕਿਹਦੇ ਲਈ ਪਸਾਰਿਆ? ਉਹ ਕਹਿੰਦਾ ਬੱਚਿਆਂ ਲਈ ਕਰਨਾ, ਹੋਰ ਕਿਹਦੇ ਲਈ ਕਰਨਾ ਹੈ? ਮਾਂ ਨੂੰ ਪੁੱਛੋ ਵੀ ਇਹ ਸਾਰੀਆਂ ਵਸਤੂਆਂ ਪਦਾਰਥ ਜਿਹੜੇ ਤੂੰ ਘਰ 'ਚ ਜੋੜ ਜੋੜ ਰੱਖੀ ਫਿਰਦੀ ਐ, ਇਹ ਕਿਉਂ ਰੱਖੇ? ਉਹ ਵੀ ਅੱਗੋਂ ਕਹਿੰਦੀ ਔਲਾਦ ਵਾਸਤੇ। ਗਲ ਲਾਏ, ਮਾਤ ਪਿਤਾ ਗਲ ਲਾਏ, ਉਹ ਗਲ ਨਾਲ ਹੀ ਲਾ ਕੇ ਰੱਖਦੇ। ਇੱਥੋਂ ਤੱਕ ਲਫ਼ਜ਼ ਵਰਤ ਲਏ ਜਾਂਦੇ ਵੀ ਮੈਂ ਆਪਣੀ ਔਲਾਦ ਖਾਤਰ ਮਰ ਵੀ ਜਾਵਾਂਗਾ। ਗਲ ਲਾਏ ਮਾਂ ਦੇ ਵੀ ਇਹੀ। ਹੁਣ ਇਹ ਤੇ ਮਮਤਾ ਰੱਬ ਜੀ ਵੱਲੋਂ ਦਿੱਤੀ ਹੋਈ ਨਾ, ਪ੍ਰੇਮ ਰੱਬ ਜੀ ਵੱਲੋਂ ਦਿੱਤਾ, ਪਰ ਅਸੀਂ ਜਿੱਥੇ ਆ ਕੇ ਗਲਤਾਨ ਹੋ ਗਏ। ਵੇਖੋ ਇਹ ਮਾੜਾ ਨਹੀਂ ਸੀ, ਮਮਤਾ ਹੈ ਤੇ ਪਰਵਰਿਸ਼ ਹੋ ਰਹੀ ਨਾ। ਜੇ ਰੱਬ ਮਮਤਾ ਹੀ ਨਾ ਪਾਉਂਦਾ ਤੇ ਪਰਵਰਿਸ਼ ਕਿਵੇਂ ਹੁੰਦੀ? ਪਰ ਅਸੀਂ ਗਲਤਾਨ ਹੋ ਗਏ, ਅਸੀਂ ਫਸ ਗਏ। ਜਿਵੇਂ ਆਪਾਂ ਭਗਤ ਕਬੀਰ ਸਾਹਿਬ ਜੀ ਦਾ ਇੱਕ ਪਾਵਨ ਬਚਨ ਪੜ੍ਹਦੇ, ਜਨਨੀ ਜਾਣਤ ਸੁਤ ਵੱਡਾ ਹੋਤ ਹੈ, ਇਤਨਾ ਕੋ ਨਾ ਜਾਣੇ ਜੇ ਦਿਨ ਦਿਨ ਅਬਦ ਘਟਤ ਹੈ। ਉਹ ਵੱਡਾ ਹੁੰਦਾ ਤੇ ਦਿਸ ਰਿਹਾ, ਪਰ ਇਹ ਨਹੀਂ ਨਜ਼ਰੀ ਪੈਂਦਾ ਵੀ ਉਮਰ ਘਟ ਰਹੀ। ਉਹ ਮੇਰਾ ਮੇਰਾ ਕਰ ਪਾਲੀਐ ਵਣਜਾਰਿਆ ਮਿੱਤਰਾ, ਕਹਿੰਦੇ ਆਪਣੱਤ ਦਾ ਦਾਵਾ ਕਰਕੇ ਤੂੰ ਇਹਦੀ ਪਾਲਣਾ ਕੀਤੀ। ਆਪਣੱਤ ਦਾ ਦਾਵਾ ਕਰਕੇ ਆਪਣੀ ਔਲਾਦ ਦੀ ਪਰਵਰਿਸ਼ ਹੇ ਵਣਜਾਰਿਆ ਮਿੱਤਰਾ ਤੂੰ ਕਰ ਰਿਹਾ ਹੈ। ਲਾਵੇ ਮਾਤ ਪਿਤਾ ਸਦਾ ਗਲ ਸੇਤੀ, ਮਨ ਜਾਣੈ ਖਟ ਖਵਾਏ। ਜੋ ਦੇਵੈ ਤਿਸ ਨਾ ਜਾਣੈ ਮੂੜਾ, ਦਿੱਤੇ ਨੋ ਲਪਟਾਏ। ਲਾਵੇ ਮਾਤ ਪਿਤਾ ਗਲ ਛੇਤੀ, ਮਨ ਜਾਣੈ ਖਟ ਖਵਾਏ। ਬੜਾ ਕੁਝ ਸਿਖਾਉਂਦੀ ਬਣਾ ਬਣਾ ਕੇ ਮਾਂ। ਫਿਰ ਤੇ ਜੇ ਕਹਿ ਲਓ ਨਾ ਮਾਤਾ ਤੂੰ ਵੀ ਖਾ ਲਾ ਜਾਂ ਤੁਸੀਂ ਵੀ ਛਕੋ, ਤੇ ਉਹ ਕਹਿੰਦੀ ਵੀ ਤੁਹਾਡੀ ਖਾਣ ਦੀ ਉਮਰ ਹੈ। ਉਹ ਤੇ ਆਪਣਾ ਪਿਆਰ ਪ੍ਰਗਟਾ ਰਹੇ। ਲਾਵੇ ਮਾਤ ਪਿਤਾ ਗਲ ਛੇਤੀ, ਉਹ ਗਲ ਨਾਲ ਲਾ ਲਿਆ। ਹੁਣ ਮਨ ਜਾਣੇ, ਮਨ ਵਿੱਚ ਜਾਣਦੇ ਨੇ ਕੀ ਮੇਰਾ ਹੈ। ਖੱਟ ਖਵਾਏ, ਬੜੇ ਤਰ੍ਹਾਂ ਦੇ ਖੱਟੇ ਪਦਾਰਥ, ਮਿੱਠੇ ਪਦਾਰਥ, ਬੜਾ ਕੁਝ ਸਿਖਾਉਂਦੇ। ਤੁਸੀਂ ਵਧਣਾ ਫੁੱਲਣਾ, ਤੁਸੀਂ ਖਾਓ। ਬੜੇ ਲਾੜ ਲਡਾ ਲਡਾ ਕੇ ਮਾਂ ਨੇ ਵੀ ਪਿਤਾ ਵੀ
ਬੜੀ ਤਰ੍ਹਾਂ ਪਾਲਣਾ ਕਰ ਰਹੇ। ਪਰ ਹੁਣ ਜਿੱਥੇ ਆ ਕੇ ਗਲਤਾਨ ਹੋਇਆ ਜੀਵ, ਸਾਹਿਬ ਕਹਿੰਦੇ ਹੁਣ ਪਾਲਿਆ ਤੇ ਬੜੇ ਪਿਆਰ ਨਾਲ, ਚਾਹੀਦਾ ਤੇ ਇਹ ਸੀ ਵੀ ਜਿਹਦੀ ਪਰਵਰਿਸ਼ ਕਰ ਰਹੇ ਉਹਦੇ ਵਿੱਚੋਂ ਰੱਬ ਨਜ਼ਰ ਹੀ ਪੈਂਦਾ। ਜਿਹਨੂੰ ਪਾਲ ਰਹੇ ਨੇ ਉਹਦੇ ਵਿੱਚੋਂ ਰੱਬ ਦਿਸਦਾ। ਤੇ ਜਦੋਂ ਵੀ ਉਹਨੂੰ ਵੇਖਦੇ ਆਪਣੀਆਂ ਅੱਖਾਂ ਨਾਲ, ਮਤਲਬ ਜਦੋਂ ਅੱਖਾਂ ਸਾਹਮਣੇ ਉਹ ਆਉਂਦਾ, ਚਾਹੇ ਖੇਡਦਾ ਆਉਂਦਾ, ਚਾਹੇ ਕਿਸੇ ਰੂਪ ਵਿੱਚ ਆਉਂਦਾ, ਤੇ ਉਹਨੂੰ ਵੇਖ ਕੇ ਰੱਬ ਚੇਤੇ ਆ ਜਾਂਦਾ। ਚਾਹੀਦਾ ਤੇ ਇਹ ਸੀ, ਕਿਉਂਕਿ ਘਰੋਂ ਬੈਗ ਚੁਕਾ ਕੇ ਸਕੂਲੇ ਭੇਜਿਆ, ਜਦੋਂ ਸਕੂਲੇ ਜਾਣ ਲੱਗਾ ਬੈਗ ਲੈ ਕੇ, ਤੇ ਉਦੋਂ ਮਾਂ ਨੂੰ ਚੇਤੇ ਆਉਂਦਾ ਵੀ ਰੱਬਾ ਸ਼ੁਕਰ ਤੇਰਾ ਵੀ ਤੂੰ ਔਲਾਦ ਦਿੱਤੀ। ਉਹ ਹੁਣ ਕੋਈ 4-5 ਘੰਟੇ 6 ਘੰਟੇ ਸਕੂਲ ਲਾ ਕੇ ਆਇਆ, ਵਾਪਸ ਆਇਆ, ਦਰਵਾਜ਼ਾ ਵੜਦਿਆਂ ਮਾਂ ਨੂੰ ਫਿਰ ਚੇਤੇ ਆ ਜਾਂਦਾ, ਰੱਬਾ ਸ਼ੁਕਰ ਤੇਰਾ ਤੂੰ ਔਲਾਦ ਦਿੱਤੀ। ਤੇ ਨਾਲੇ ਮਾਂ ਭੋਜਨ ਬਣਾਉਂਦੀ ਤੇ ਨਾਲੇ ਉਹਦੇ ਅੱਗੇ ਪਰੋਸ ਕੇ ਰੱਖਦੀ, ਤੇ ਪਰੋਸ ਕੇ ਭੋਜਨ ਰੱਖ ਕੇ ਫਿਰ ਜਦੋਂ ਉਹ ਛਕਦਾ, ਮਾਂ ਨੇ ਛਕਾਇਆ ਤੇ ਮੇਰਾ ਮੇਰਾ ਕਹਿ ਕੇ ਹੀ ਨਾ ਵੀ ਲੈ ਪੁੱਤਰਾ ਹੋਰ ਛਕ ਲਾ, ਤੇ ਉਦੋਂ ਫਿਰ ਰੱਬ ਚੇਤੇ ਆਉਂਦਾ ਵੀ ਰੱਬਾ ਤੇਰਾ ਸ਼ੁਕਰ ਹੈ। ਹੁਣ ਜਿੰਨੀ ਹਰੀ ਅੱਖਾਂ ਸਾਹਮਣੇ ਆਉਂਦਾ ਓਨੀ ਹਰੀ ਮਾਂ ਦਾ ਫਰਜ਼ ਬਣਦਾ ਰੱਬ ਜੀ ਦਾ ਸ਼ੁਕਰਾਨਾ ਕਰਨ ਦਾ। ਪਿਤਾ ਸਵੇਰੇ ਇੱਕ ਵਾਰੀ ਆਪਣੇ ਔਲਾਦ ਨੂੰ ਵੇਖ ਕੇ ਕਾਰ ਵਿਹਾਰ ਤੇ ਚਲੇ ਗਿਆ। ਉਹ ਵੇਖ ਕੇ ਜਦੋਂ ਗਿਆ, ਘਰੋਂ ਜਾਂਦਾ ਰੱਬ ਦਾ ਸ਼ੁਕਰ ਕਰਦਾ, ਰੱਬਾ ਤੇਰਾ ਸ਼ੁਕਰ ਤੂੰ ਸਾਡੀ ਝੋਲੀ 'ਚ ਦਾਤ ਪਾਈ ਹੈ। ਫਿਰ ਉਹ ਰਾਤ ਨੂੰ ਵਾਪਸ ਪਰਤਦਾ, ਸ਼ਾਮ ਨੂੰ ਵਾਪਸ ਘਰੇ ਆ ਕੇ ਜਦੋਂ, ਕਿਉਂਕਿ ਪਿਤਾ ਆਉਂਦਾ ਨਾ, ਔਲਾਦ ਭੱਜੀ ਭੱਜੀ ਅਗਾਂਹ ਨੂੰ ਆ ਕੇ ਲੱਤਾਂ ਨੂੰ ਚੰਬੜਦੀ, ਤੇ ਜਦੋਂ ਉਹ ਆ ਕੇ ਲੱਤਾਂ ਨੂੰ ਫੜਦੇ ਤੇ ਉਦੋਂ ਫਿਰ ਕਹਿੰਦਾ ਵੀ ਰੱਬਾ ਤੇਰਾ ਸ਼ੁਕਰ ਹੈ ਵੀ ਤੂੰ ਇਹ ਦਾਤ ਝੋਲੀ ਵਿੱਚ ਪਾਈ ਹੈ। ਸਾਹਿਬ ਆਖਦੇ, ਕਹਿੰਦੇ ਮਨ ਜਾਣੈ ਖੱਟ ਖਵਾਏ, ਪਰ ਅਫਸੋਸ ਇਸ ਗੱਲ ਦਾ ਜੋ ਦੇਵੇ ਤਿਸੈ ਨਾ ਜਾਣੈ ਮੂੜਾ। ਜਿਨੇ ਦਿੱਤੀ ਨਾ ਦਾਤ, ਇਹ ਮੂਰਖ ਨੇ ਉਹਨੂੰ ਨਹੀਂ ਜਾਣਿਆ, ਦਿੱਤੇ ਨੌ ਲਪਟਾਏ। ਜਿਨੇ ਦਾਤ ਦਿੱਤੀ ਨਾ ਉਹਨੂੰ ਲਿਪਟ ਲਿਪਟ ਪੈਂਦਾ ਹੈ, ਉਹਨੂੰ ਆਪਣੇ ਕੋਲ ਚੁੱਕ ਚੁੱਕ ਕੇ ਰੱਖਦਾ, ਗਲ ਨਾਲ ਲਾ ਲਾ ਰੱਖਦਾ, ਤੇ ਜਿਨੇ ਦਿੱਤਾ ਤਿਸੈ ਨਾ ਚੇਤੈ ਮੂੜਾ, ਉਹ ਚੇਤੇ ਹੀ ਨਹੀਂ ਆਇਆ। ਗਲਤਾਨ ਹੋ ਗਿਆ ਨਾ। ਹੁਣ ਮਾਂ ਬਾਪ ਦੀ ਮਮਤਾ ਸਾਰੀ ਇੱਕ ਪਾਸੇ ਰਹਿ ਗਈ। ਮਮਤਾ ਮਾੜੀ ਨਹੀਂ, ਪਿਆਰ ਮਾੜਾ ਨਹੀਂ, ਪਰ ਜਦੋਂ ਦੇਣ ਵਾਲਾ ਭੁੱਲ ਜਾਂਦਾ ਨਾ। ਹੁਣ ਜਿਵੇਂ ਮੰਨ ਲਓ ਆਪਾਂ ਕਿਸੇ ਕੋਲੋਂ ਕੋਈ ਵਸਤੂ ਸਹਾਇਤਾ ਵਾਸਤੇ ਲੈ ਕੇ ਆਏ, ਅਗਲੇ ਨਾਲ ਲਿਹਾਜ਼ ਚੰਗਾ ਸੀ, ਅਗਲੇ ਨੇ ਵੀ ਦੇਤੀ ਵੀ ਲੈ ਜਾ ਭਾਈ। ਤੇ ਸੰਸਾਰਕ ਤੌਰ ਤੇ ਅਸੀਂ ਕੀ ਕਰਦੇ, ਜਦੋਂ ਉਹ ਵਸਤੂ ਨੂੰ ਵਰਤਣ ਲੱਗਦੇ ਨਾ, ਨਾਲ ਹੀ ਅਸੀਂ ਉਹਦਾ ਸ਼ੁਕਰ ਕਰੀਦਾ, ਤੇਰਾ ਭਲਾ ਹੋਵੇ ਕਿ ਤੂੰ ਆਹ ਵਸਤੂ ਸਾਨੂੰ ਦਿੱਤੀ। ਤੇ ਜੇ ਕਿਸੇ ਦੂਜੇ ਨੂੰ ਦੱਸਣਾ ਹੋਵੇ ਨਾ, ਤੇ ਅਸੀਂ ਪਤਾ ਕੀ ਵੀ ਉਹ ਫਲਾਣੇ ਬੰਦੇ ਦਾ ਭਲਾ ਹੀ ਹੋਵੇ ਜਿਨੇ ਆਹ ਦਾਤ ਸਾਡੀ ਝੋਲੀ 'ਚ ਆਹ ਵਸਤੂ ਸਾਨੂੰ ਦਿੱਤੀ। ਉਹੀ ਦਿਨ 'ਚ ਜਿੰਨੀ ਵਾਰੀ ਉਹ ਵਸਤੂ ਵਰਤਾਂਗੇ ਉਨੀ ਵਾਰੀ ਉਹ ਸ਼ੁਕਰ ਕਰਾਂਗੇ ਉਹ ਬੰਦੇ ਦਾ। ਪਰ ਜੇ ਉਹਦਾ ਸ਼ੁਕਰ ਕਰਨ ਦੀ ਬਜਾਏ ਅਸੀਂ ਵਸਤੂ ਵਰਤੀ ਜਾਈਏ ਤੇ ਉਹ ਬੰਦਾ ਹੀ ਸਾਹਮਣੇ ਆ ਜਾਏ ਜਿਹਨੇ ਵਸਤੂ ਦਿੱਤੀ ਹੈ, ਤੇ ਅਸੀਂ ਉਹਦਾ ਸ਼ੁਕਰ ਕਰਨ ਦੀ ਬਜਾਏ ਆਖੀਏ ਵੀ ਹਾਂ ਕਿੱਧਰ ਨੂੰ ਆਇਆ, ਕਿਹੜੀ ਵਸਤੂ, ਮੈਂ ਤੇ ਤੇਰੇ ਕੋਲੋਂ ਲੈ ਕੇ ਹੀ ਕੁਛ ਨਹੀਂ ਆਇਆ, ਅਗਲਾ ਦੂਜੀ ਵਾਰੀ ਮੂੰਹ ਕਰੇਗਾ। ਤੇ ਫਿਰ ਭਾਵੇਂ ਅਗਲੇ ਨੂੰ ਵਸਤੂ ਮਿਲੇ ਤੇ ਭਾਵੇਂ ਨਾ, ਇੱਕ ਵਾਰੀ ਜ਼ੋਰ ਲਾ ਦੇਗਾ ਸਾਰਾ ਵੀ ਰਹਿਣ ਤੇਰੇ ਕੋਲ ਵੀ ਨਹੀਂ ਦੇਣੀ ਉਹਨੇ, ਵੀ ਜੋ ਮਰਜ਼ੀ ਹੋ ਜੇ ਹੁਣ ਇਹ ਵਸਤੂ ਰਹਿਣ ਮੈਂ ਤੇਰੇ ਕੋਲ ਵੀ ਨਹੀਂ ਦੇਣੀ। ਤੂੰ ਕੌਣ ਹੁੰਦਾ ਇਹ ਵਸਤੂ ਰੱਖਣ ਵਾਲਾ, ਤੇ ਮੇਰੀ ਸੀ। ਵੈਰ ਪੈ ਗਿਆ, ਵਿਰੋਧ ਬਣ ਗਿਆ। ਉਹੀ ਜਿਨ੍ਹਾਂ ਨਾਲ ਚੰਗਾ ਲਗਾਵ ਸੀ, ਚੰਗਾ ਵਿਹਾਰ ਸੀ, ਉਹ ਵਿਹਾਰ ਕਦੋਂ ਵੈਰ ਵਿੱਚ ਬਦਲ ਗਿਆ ਪਤਾ ਹੀ ਨਹੀਂ ਲੱਗਾ, ਸਿਰਫ ਇੱਕ ਵਸਤੂ ਪਿੱਛੇ।
ਅਸੀਂ ਰੱਬ ਨਾਲ ਕੀ ਕਰਦੇ? ਵੇਖੋ ਰੱਬ ਚੇਤੇ ਕਦੋਂ ਹੈ? ਜਦੋਂ ਨਾ ਫਿਰ ਉਹ ਹੁਣ ਅੱਜ ਦੀ ਹਾਲਾਤ ਕਿ ਵੀ ਜੇ ਅਸੀਂ ਉਹ ਬੰਦੇ ਨੂੰ ਕਹਿੰਦਾ ਵੀ ਹਾਂ ਕੌਣ ਹੈ ਤੂੰ, ਫਿਰ ਜੇ ਕਿਤੇ ਉਸ ਵਸਤੂ 'ਚ ਕੋਈ ਕਮੀ ਆ ਜਾਏ, ਕੋਈ ਖੋਟ ਪੈ ਜਾਏ, ਖਰਾਬ ਹੋ ਜਾਏ, ਫਿਰ ਅਸੀਂ ਉਹਦਾ ਹੱਲ ਲੱਭੀਦਾ। ਜਦੋਂ ਹੱਲ ਨਾ ਲੱਭੇ ਤੇ ਫਿਰ ਉਸੇ ਨੂੰ ਹੀ ਪੁੱਛਣਾ ਪੈਂਦਾ ਵੀ ਦੱਸ ਭਾ ਇਹ ਤੇ ਖਰਾਬ ਹੋ ਗਈ, ਇਹਨੂੰ ਠੀਕ ਕਿਵੇਂ ਕਰੀਏ? ਹੁਣ ਇਦਾਂ ਹੀ ਰੱਬ ਨੇ ਦਾਤ ਦਿੱਤੀ, ਰੱਬ ਚੇਤੇ ਨਹੀਂ ਆਇਆ, ਕਿਤੇ ਉਹ ਔਲਾਦ ਨੂੰ ਰਤਾ ਮਾਤਰ ਢਿੱਲ ਮੱਠ ਹੋ ਜਾਏ, ਫਿਰ ਕੀ ਹੁੰਦਾ? ਰੱਬ ਜੀ ਤੁਸੀਂ ਦਾਤ ਦਿੱਤੀ, ਇਹਦੀ ਰੱਖਿਆ ਵੀ ਤੁਸੀਂ ਕਰੋ। ਉਹ ਰੱਬ ਚੇਤੇ ਆ ਗਿਆ। ਤੇ ਜੇ ਹੁਣ ਅੱਗੋਂ ਰੱਬ ਕਹਿ ਦੇ ਕਿ 10 ਸਾਲ ਹੋ ਗਏ ਤੈਨੂੰ ਔਲਾਦ ਦਿੱਤੀ ਨੂੰ ਵੀ, ਉਹ 10 ਸਾਲਾਂ 'ਚ ਤੇ ਇੱਕ ਵਾਰੀ ਵੀ ਤੂੰ ਨਹੀਂ ਕਿਹਾ ਵੀ ਰੱਬਾ ਤੇਰਾ ਸ਼ੁਕਰ ਅੱਜ 10 ਸਾਲਾਂ ਬਾਅਦ ਤੈਨੂੰ ਚੇਤੇ ਆ ਗਿਆ, ਜਾ ਹੁਣ ਮੈਂ ਵੀ ਰੱਖਿਆ ਨਹੀਂ ਕਰਦਾ, ਤੇ ਫਿਰ ਕੀ ਕਰਾਂਗੇ? ਰੱਬ ਦਾ ਕੁਝ ਵਿਗਾੜ ਲਾਂਗੇ? ਭਲਾ ਤੇ ਇਸੇ 'ਚ ਹੀ ਹੈ ਨਾ ਵੀ ਜਿੰਨੇ ਦਾਤ ਦਿੱਤੀ ਹੈ, ਅਸੀਂ ਭਾਵੇਂ ਸਾਰਾ ਦਿਨ ਨਹੀਂ, ਦਿਨ 'ਚ ਇੱਕ ਵਾਰੀ ਤੇ ਉਹਦਾ ਸ਼ੁਕਰ ਗੁਜ਼ਾਰ ਲਈਏ ਨਾ ਵੀ ਰੱਬ ਜੀ ਤੇਰਾ ਸ਼ੁਕਰ ਹੈ ਤੂੰ ਆ। ਕਿਉਂਕਿ ਬਾਪੂ ਜੀ ਨੇ ਨਾ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬੜਾ ਪਿਆਰਾ ਜ਼ਿਕਰ ਕੀਤਾ। ਮੱਲ ਕਹਿੰਦੇ ਰਮਈਆ ਕੇ ਗੁਣ ਚੇਤ ਪ੍ਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੇ ਉਬਾਰਿਆ, ਬਾਰ ਵਿਵਸਥਾ ਤੁਝੇ ਪਿਆਰੇ, दूध भर जोबन भोजन सुख सूध, बिरध भया ऊपर साक सैन, मुख अप्याओ बैठ को दैन, ए निर्गुण गुण कछु ना बूझै। पर इनू किथे समझ लगी? हुण बार व्यवस्था विच रब ने प्रबंध किया मां प्यो दा, ਉਹ ਤੋਂ ਬਾਅਦ 'ਚ ਜਵਾਨੀ 'ਚ ਆ ਗਿਆ, ਫਿਰ ਬੰਦਾ ਆਪਣੇ 'ਚ ਹੀ ਮਸਤ ਹੋ ਜਾਂਦਾ, ਭੋਜਨ ਸੁਖ ਸੂਧ ਉਹ ਪ੍ਰਬੰਧ ਕਰ। ਹੁਣ ਜਿੱਥੇ ਬਚਪਨ ਵਿੱਚ ਮਾਂ-ਬਾਪ ਦਾ ਪ੍ਰਬੰਧ ਕੀਤਾ, ਉੱਥੇ ਮਾਂ-ਬਾਪ ਦੇ ਬੁਢੇਪੇ ਵਿੱਚ ਔਲਾਦ ਦਾ ਪ੍ਰਬੰਧ ਕੀਤਾ। ਬਾਰ ਵਿਵਸਥਾ ਤੁਝੇ ਪਿਆਰੇ ਦੂਧ, ਭਰ ਜੋਬਨ ਭੋਜਨ ਸੁਖ ਸੂਧ, ਬਿਰਧ ਪਿਆ ਉਪਰ ਸਾਕ ਸੈਨ। ਹੁਣ ਉਹ ਕੀ ਕਰਦੇ? ਮੁਖ ਅਪਿਆਓ ਬੈਠ ਕੋ ਦੇਣ। ਉਹ ਸੰਭਾਲ ਕਰਨ ਲਈ ਰੱਬ ਨਹੀਂ ਦਿੱਤੇ ਨਾ, ਪਰ ਇਹਦੀ ਫਿਤਰਤ ਕੀ ਹੈ? ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਹੁਣ ਰੱਬ ਜੀ ਬਖਸ਼ ਲੇਹੋ ਤਉ ਨਾਨਕ ਸੀਜੈ, ਕਿਤੇ ਆਪ ਕਿਰਪਾ ਕਰਕੇ ਬਖਸ਼ ਲਾ। ਜੋ ਦੇਵੈ ਤਿਸੈ ਨਾ ਜਾਣੈ ਮੂੜਾ, ਦਿੱਤੈ ਨੋ ਲਪਟਾਏ। ਇਹ ਦਿੱਤੀ ਹੋਈ ਵਸਤੂ ਨੂੰ ਲਿਪਟ ਲਿਪਟ ਕੇ ਪੈਂਦਾ ਹੈ, ਪਰ ਜਿੰਨੇ ਵਸਤੂ ਦਿੱਤੀ ਉਹ ਚੇਤੇ ਨਹੀਂ ਆਇਆ। ਕੋਈ ਗੁਰਮੁਖ ਹੋਵੈ ਸੋ ਕਰੈ ਵਿਚਾਰ, ਹਰ ਧਿਆਵੈ ਮਨ ਲਿਵ ਲਾਏ। ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ, ਤਿਸ ਕਾਲ ਨਾ ਕਬਹੂ ਖਾਏ। ਫਿਰ ਸਤਿਗੁਰੂ ਜੀ ਨੇ ਪ੍ਰਗਟਾਵਾ ਕੀਤਾ, ਕਹਿੰਦੇ ਜੇ ਕੋਈ ਗੁਰੂ ਦੀ ਮੱਤ ਵਾਲਾ ਹੋਵੇ ਨਾ, ਉਹ ਵਿਚਾਰ ਕਰ ਲੈਂਦਾ। ਕੋਈ ਗੁਰਮੁਖ ਹੋਵੇ ਸੋ ਕਰੈ ਵਿਚਾਰ, ਉਹ ਵਿਚਾਰ ਕਰਦਾ ਵੀ ਇਹ ਰੱਬੀ ਦਾਤ ਹੈ। ਤੇ ਉਹ ਫਿਰ ਵਿਚਾਰ ਕਰਕੇ ਕੀ ਕਰਦਾ? ਹਰ ਧਿਆਵੈ, ਰੱਬ ਜੀ ਨੂੰ ਧਿਆਉਂਦਾ। ਮਨ ਲਿਵ ਲਾਏ, ਆਪਣੇ ਮਨ ਵਿੱਚ ਸੁਰਤ ਜੋੜ ਕੇ ਮਨ ਕਰਕੇ ਰੱਬ ਜੀ ਨੂੰ ਧਿਆਉਂਦਾ। ਕੌਣ? ਕੋਈ ਗੁਰਮੁਖ ਹੋਵੇ ਕਰੈ ਵਿਚਾਰ। ਜੇ ਕੋਈ ਗੁਰੂ ਵਾਲਾ ਬਣ ਜਾਏ, ਗੁਰੂ ਦੀ ਮੱਤ ਵਾਲਾ ਬਣ ਜਾਏ। ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ, ਕਹਿੰਦੇ ਨਾਨਕ ਜੀ ਇਹ ਬਾਤ ਆਖੋ ਵੀ ਜੇ ਕਿਤੇ ਦੂਜੇ ਪਹਿਰ ਦੇ ਵਿੱਚ ਪ੍ਰਾਣੀ ਆਪਣੀ ਜ਼ਿੰਦਗੀ ਰੂਪੀ ਰਾਤ ਦੇ ਦੂਜੇ ਹਿੱਸੇ ਵਿੱਚ ਪ੍ਰਾਣੀ ਰੱਬ ਜੀ ਨੂੰ ਧਿਆ ਲਵੇ, ਤੇ ਫਿਰ ਕੀ ਹੋਏਗਾ? ਤੇ ਸਕਾਲ ਨਾ ਕਬ ਹੂੰ ਖਾਏ। ਫਿਰ ਮੌਤ ਦਾ ਡਰ ਜ਼ਿੰਦਗੀ ਚੋਂ ਮੁੱਕ ਜਾਂਦਾ ਹੈ। ਫਿਰ ਕਾਲ ਨਾ ਕਬਹੂ, ਫਿਰ ਕਾਲ ਕਦੇ ਖਾਂਦਾ ਨਹੀਂ ਹੈ। ਕਾਲ ਖਾਣ ਵੀ ਝੋਰਾ ਨਹੀਂ ਪੈਂਦਾ, ਫਿਰ ਚਿੰਤਾ ਨਹੀਂ ਬਣਦੀ।
ਵੀ ਹਾਏ ਜ਼ਿੰਦਗੀ ਮੁੱਕ ਨਾ ਜਾਏ ਕਿਤੇ। ਉਹਨੂੰ ਪਤਾ ਵੀ ਜਿੱਦਾਂ ਜੀਵਨ ਰੱਬ ਜੀ ਨੇ ਦਿੱਤਾ, ਇਸ ਜੀਵਨ ਨੂੰ ਜਿਵੇਂ ਪਰਮੇਸ਼ਵਰ ਜੀ ਨੇ, ਗੁਰੂ ਕੀ ਮੱਤ ਜਿਵੇਂ ਸਾਹਿਬ ਨੇ ਦਿੱਤੀ, ਗੁਰੂ ਨੇ ਦਿੱਤੀ, ਮੈਂ ਜੀਵਨ ਉਵੇਂ ਹੀ ਗੁਜ਼ਾਰਿਆ। ਹੁਣ ਚਿੰਤਾ ਕੋਈ ਨਹੀਂ। ਜਿਵੇਂ ਸਕੂਲ ਤੇ ਹਰ ਬੱਚਾ ਜਾਂਦਾ, ਪੇਪਰ ਵੀ ਹਰ ਬੱਚਾ ਦੇ ਕੇ ਆਉਂਦਾ, ਰਿਪੋਰਟ ਕਾਰਡ ਘਰੇ ਕੋਈ ਕੋਈ ਲੈ ਕੇ ਜਾਂਦਾ ਹੈ। ਜੇ ਘਰ ਸਾਰੇ ਲੈ ਵੀ ਆਏ, ਵਿਖਾਉਂਦਾ ਕੋਈ ਕੋਈ ਹੈ ਰਿਪੋਰਟ ਕਾਰਡ। ਹੁਣ ਟੀਚਰ ਨੇ ਤੇ ਦੇਤਾ ਵੀ ਜਾਓ ਭਾਈ ਘਰੇ ਜਾ ਕੇ ਆਪਣੀ ਮਾਤਾ ਕੋਲੋਂ, ਆਪਣੇ ਪਿਤਾ ਕੋਲੋਂ ਸਿਗਨੇਚਰ ਕਰਾ ਕੇ ਲੈ ਕੇ ਆਇਓ। ਉਹਨਾਂ ਨੂੰ ਵੀ ਪਤਾ ਲੱਗੇ ਵੀ ਤੁਸੀਂ ਕੀ ਕੀਤਾ। ਸਕੂਲ ਸਾਰੇ ਗਏ, ਬੈਗ ਚੁੱਕਿਆ, ਭਾਰ ਵੀ ਸਾਰਾ ਸਾਲ ਢੋਇਆ, ਰੋਜ਼ ਘਰੇ ਵੀ ਆ ਜਾਣਾ। ਐਗਜ਼ਾਮ ਦੇਣ ਜਾਣਾ ਜਦੋਂ, ਉਦੋਂ ਵੀ ਜਾਣਾ, ਹੱਥ 'ਚ ਫੜ ਕੇ ਫੋਟਾ ਤੇ ਪੈਨ ਫੜ ਕੇ ਤੇ ਜਾਣਾ, ਬੜੇ ਰੋਹਬ ਨਾਲ ਵੀ ਅਸੀਂ ਪੇਪਰ ਦੇਣ ਚੱਲੇ। ਤੇ ਜਦੋਂ ਆਉਣਾ ਰਿਜ਼ਲਟ, ਅਧਿਆਪਕਾਂ ਨੇ ਕਹਿਣਾ ਵੀ ਆਹ ਲਓ ਹੁਣ ਤੁਹਾਡਾ ਰਿਪੋਰਟ ਕਾਰਡ, ਜਾਓ ਸਾਈਨ ਕਰਾ ਕੇ ਲਿਆਓ। ਤੇ ਫੇਰ ਲੈ ਵੀ ਸਾਰੇ ਹੀ ਜਾਂਦੇ, ਪਰ ਘਰੇ ਜਾ ਕੇ ਬੈਗ ਚੋਂ ਕੋਈ ਕੋਈ ਕੱਢਦਾ। ਜਿਹਨੂੰ ਪਤਾ ਵੀ ਆਪਾਂ ਨੂੰ ਕਿਸੇ ਨੇ ਕੁਛ ਨਹੀਂ ਕਹਿਣਾ, ਆਪਾਂ ਵਧੀਆ ਨੰਬਰ ਲੈ ਕੇ ਆਏ, ਉਹ ਕਹਿੰਦਾ ਵੀ ਮਾਤਾ ਅੱਜ ਤੇ ਸਾਈਨ ਕਰ ਦੋ। ਤੇ ਜਿਹਨੂੰ ਪਤਾ ਵੀ ਹੁਣ ਆਇਆ ਹੀ ਕੁਛ ਨਹੀਂ ਇਹਦੇ 'ਚ, ਤੇ ਮੈਂ ਸਾਈਨ ਕਿੱਥੇ ਕਰਾਵਾਂ, ਉਹ ਫਿਰ ਲੁਕੋ ਕੇ ਰੱਖਦਾ। ਹੁਣ ਡਰ ਬਣਿਆ ਰਿਹਾ ਨਾ ਵੀ ਜੇ ਕਿਤੇ ਮਾਂ ਨੇ ਵੇਖ ਲਿਆ, ਪਿਤਾ ਨੇ ਵੇਖ ਲਿਆ, ਤੇ ਉਹਨਾਂ ਨੇ ਸਕੂਲ ਨਹੀਂ ਜਾਣ ਦੇਣਾ ਮੁੜ ਕੇ। ਚੱਕ ਰੋਟੀ ਵਾਲਾ ਡੱਬਾ, ਮਤਲਬ ਮੌਤ ਸਿਰ ਤੇ ਹੀ ਬੈਠੀ, ਡਰ ਸਿਰ ਤੇ ਹੀ ਬੈਠਾ। ਜਿੰਨੇ ਸੋਹਣਾ ਪੇਪਰ ਕੀਤਾ, ਨੰਬਰ ਵਧੀਆ ਆਏ, ਰਿਜ਼ਲਟ ਵਧੀਆ ਆਇਆ, ਉਹ ਜਾਂਦਾ ਟੌਰ ਨਾਲ ਹੱਸਦਾ ਮੁਸਕਰਾਉਂਦਾ, ਤੇ ਜਾ ਕੇ ਕਹਿੰਦਾ ਵੀ ਆਹ ਲਓ ਇਹ ਤੇ ਕਰੋ ਸਾਈਨ, ਆਹ ਨੰਬਰ ਆਏ ਮੇਰੇ। ਤੇ ਜਿਹਦਾ ਕੁਝ ਵੀ ਨਹੀਂ ਆਇਆ, ਉਹ ਜਾਂ ਤੇ ਬਾਹਰੋਂ ਕਿਤੋਂ ਲੱਭਦਾ ਵੀ ਹੁਣ ਸਾਈਨ ਕਿਸੇ ਹੋਰ ਕੋਲੋਂ ਹੀ ਕਰਾ ਲਾਂ, ਤੇ ਜਾਂ ਉਹਦੇ ਕੋਲੋਂ ਕਰਾ ਲਾਂ ਵੀ ਜਿਹੜਾ ਦੱਸੇ ਨਾ, ਜਿਹੜਾ ਕੁਝ ਕਵੇ ਵੀ ਨਾ, ਉਹ ਫਿਰ ਡਰਦਾ। ਇਹੀ ਹਾਲਤ ਸਾਡੀ। ਕੁਝ ਮਨੁੱਖ ਤੇ ਉਹ ਨੇ ਜਿਨ੍ਹਾਂ ਗੁਰੂ ਆਸ਼ੇ ਮੁਤਾਬਕ ਜੀਵਨ ਗੁਜ਼ਾਰਿਆ, ਵਧੀਆ ਜੀਵਨ ਗੁਜ਼ਾਰਿਆ, ਉਹਨਾਂ ਨੂੰ ਡਰ ਨਹੀਂ। ਉਹਨਾਂ ਨੂੰ ਪਤਾ ਆਪਾਂ ਪਾਸ ਆ, ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਸੱਚੀ ਦਰਗਾਹ ਜਾਏ ਸੱਚਾ ਪਿੜ ਮੱਲਿਆ। ਉਹਨਾਂ ਨੂੰ ਪਤਾ ਵੀ ਆਪਾਂ ਵਧੀਆ ਨੰਬਰ ਲੈ ਕੇ ਆਏ ਆ। ਤੇ ਜਿਨ੍ਹਾਂ ਨੇ ਜੀਵਨ ਗੁਜ਼ਾਰਿਆ ਹੋਵੇ ਗਲਤਾਨ ਹੋ ਕੇ, ਤੇ ਉਹ ਕਿਤੇ ਮੌਤ ਅੱਜ ਹੀ ਨਾ ਆ ਜੇ। ਫਿਰ ਉਹਨਾਂ ਨੂੰ ਆ ਕੇ ਮੌਤ ਕੀ ਕਹਿੰਦੀ, ਹਰ ਫਰਮਾਨ ਦਰਗਾਹ ਕਾ ਆਇਆ, ਚਲੋ ਸ਼ਿਤਾਬ ਦੀਵਾਨ ਬੁਲਾਇਆ। ਤੇ ਅੱਗੋਂ ਬੰਦਾ ਬੜਾ ਚਲਾਕ ਹੈ, ਫਿਰ ਇਹ ਕੀ ਕਹਿੰਦਾ ਵੀ ਅੱਜ ਦੀ ਰਾਤ ਦੇ ਦਿਓ, ਤੁਹਾਨੂੰ ਵੀ ਕੋਈ ਦਾਣਾ ਪਾਣੀ ਦੇ ਦੇਵਾਂਗੇ। ਭਗਤ ਕਬੀਰ ਸਾਹਿਬ ਵੀ ਅੱਜ ਦੀ ਰਾਤ ਬਾਕੀ, ਬਸ ਬਹੁਤਾ ਸਮਾਂ ਨਹੀਂ, ਕੱਲ ਸਵੇਰ ਨਹੀਂ ਆਪਾਂ ਚੜਨ ਦੇਣੀ, ਸੂਰਜ ਨਹੀਂ ਚੜਨ ਦੇਣਾ। ਜਿਹੜਾ ਅੰਮ੍ਰਿਤ ਵੇਲਾ ਮਤਲਬ ਰਾਤ ਦਾ ਤੀਜਾ ਚੌਥਾ ਪਹਿਰ ਆਪਾਂ ਰਾਹ 'ਚ ਬਤੀਤ ਕਰਾਂਗੇ, ਰਾਹ 'ਚ ਜਾ ਕੇ ਨਵਾਜ਼ ਪੜਾਂਗੇ, ਬਸ ਰਾਤ ਦਾ ਵੇਲਾ ਦੇ ਦਿਓ। ਮੌਤ ਕਿਤੇ ਆਉਣ ਦਿੰਦਾ, ਫਿਰ ਕਿਤੇ ਬਚ ਹੀ ਜਾਵਾਂ, ਫਿਰ ਕੋਸ਼ਿਸ਼ ਕਰਦਾ। ਪਰ ਸਾਹਿਬ ਕਹਿੰਦੇ ਜਿਹੜਾ ਪ੍ਰਾਣੀ ਰੱਬ ਜੀ ਨੂੰ ਚੇਤੇ ਕਰ ਲੈਂਦਾ, ਤਿਸ ਕਾਲ ਨਾ ਕਬਹੂ ਖਾਏ, ਉਹਦੀ ਜ਼ਿੰਦਗੀ ਵਿੱਚੋਂ ਫਿਰ ਡਰ ਮੁੱਕ ਜਾਂਦਾ, ਉਹ ਜੀਵਨ ਸਵਾਰ ਕੇ ਸੰਸਾਰ ਤੋਂ ਜਾਂਦਾ। ਮਾਲਕ ਕਿਤੇ ਰਹਿਮਤ ਕਰਨ। ਗੁਰੂ ਸਾਹਿਬ ਅੱਗੇ ਅਸੀਂ ਵੀ ਅਰਜ਼ੋਈਆਂ ਕਰੀਏ ਕਿ ਮਾਲਕ ਜੀਓ ਕਿਤੇ ਸਾਡੀ ਜ਼ਿੰਦਗੀ ਦੇ ਪਹਿਰ ਕਿੰਨੇ ਗੁਜ਼ਰ ਚੁੱਕੇ ਇਹ ਤੁਸੀਂ ਜਾਣਦੇ ਹੋ। ਆਖਰੀ ਹੈ, ਦੂਜਾ ਹੈ ਪੈਰ ਕੇ, ਤੀਜਾ ਹੈ, ਇਹ ਤੁਸੀਂ ਜਾਣਦੇ ਹੋ। ਪਰ ਰਹਿਮਤ ਕਰੋ ਜਿੰਨੇ ਪਹਿਰ ਵੀ ਬਾਕੀ ਨੇ ਆਪ ਜੀ ਦੀ ਯਾਦ ਵਿੱਚ ਗੁਜ਼ਰਨ, ਆਪ ਜੀ ਦੇ ਚਿੰਤਨ ਵਿੱਚ ਬਤੀਤ ਹੋਣ, ਤਾਂ ਜੋ ਪਹਿਲੇ ਪਹਿਰ ਸਫਲ ਨੇ ਅਸਫਲ ਨੇ ਇਹ ਸਾਡੇ ਮਨ ਜਾਣਦਾ,
ਪਰਮੇਸ਼ਵਰ ਜਾਣਦਾ ਹੈ, ਪਰ ਰੱਬ ਜੀ ਅੱਗੇ ਹੁਣ ਅਰਜ਼ੋਈ ਕਰੀਏ ਕਿ ਰਹਿੰਦੇ ਪਹਿਰ ਰੱਬ ਜੀ ਤੁਹਾਡੇ ਚਿੰਤਨ ਵਿੱਚ ਗੁਜ਼ਰਨ ਤੇ ਅਸੀਂ ਰਾਤ ਦਾ ਕੁਝ ਹਿੱਸਾ ਤੇ ਸਫਲ ਕਰ ਲਈਏ। ਆਪਣੀ ਜ਼ਿੰਦਗੀ ਰੂਪੀ ਰਾਤ ਦਾ ਅਖੀਰਲਾ ਹਿੱਸਾ ਹੀ ਕਿਉਂ ਨਾ ਅਸੀਂ ਸਫਲ ਕਰ ਲਈਏ। ਤੇ ਸਾਹਿਬ ਅੱਗੇ ਅਰਜ਼ੋਈ ਕਰਦੇ ਰਿਹਾ ਕਰੀਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਫਿਰਤ ਫਿਰਤ ਪ੍ਰਭ ਆਇਆ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸ਼ਰਨਾਏ, ਪਰਿਆ ਤਉ ਸ਼ਰਨਾਏ। ਨਾਨਕ ਕੀ ਪ੍ਰਭ ਬੇਨਤੀ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਆਪਣੀ ਭਗਤੀ ਲਾਏ, ਆਪਣੀ ਭਗਤੀ ਲਾਏ। ਸਤਿਗੁਰੂ ਪਾਤਸ਼ਾਹ ਰਹਿਮਤ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਹਿਰਦੇ ਵਿੱਚ ਵਸਾ ਲਈਏ। ਕੋਈ ਗੁਰਮੁਖ ਹੋਵੈ ਸੋ ਕਰੈ ਵਿਚਾਰ, ਹਰ ਧਿਆਵੈ ਮਨ ਲਿਵ ਲਾਏ। ਕਹੋ ਨਾਨਕ ਦੂਜੈ ਪਹਿਰੈ ਪ੍ਰਾਣੀ, ਤਿਸ ਕਾਲ ਨਾ ਕਬਹੂ ਖਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।